सत श्री अकाल जी सारिਆਂ ਨੂੰ। ਤਾਂ ਇਸ ਵੇਲੇ ਇੰਸਟੀਚਿਊਟ ਤੇ ਤੁਹਾਡਾ ਸਵਾਗਤ ਹੈ। ਤਾਂ ਅੱਜ ਆਪਾਂ ਨਿਊਜ਼ ਕਰਦੇ ਹਾਂ ਫਿਰ ਆਪਣੀ ਅੱਜ ਦੀਆਂ ਕਰੰਟ ਅਫੇਅਰ। ਤਾਂ ਸਭ ਤੋਂ ਪਹਿਲਾਂ ਮਤਲਬ ਕਾਫੀ ਬੱਚਿਆਂ ਨੂੰ ਜਿਹੜੀ ਟੈਨਸ਼ਨ ਹੈ ਵੀ ਸਰ ਸਾਡੇ ਪਟਵਾਰੀ ਐਗਜ਼ਾਮ ਤੋਂ ਪਹਿਲਾਂ ਜਿਹੜੇ ਸਾਰੇ ਕਰੰਟ ਅਫੇਅਰਸ ਨੇ ਹੋ ਜਾਣਗੇ। ਤਾਂ ਮੇਰਾ ਜਵਾਬ ਹੈ ਅੱਜ ਵੀ ਹਾਂਜੀ ਹੋ ਜਾਣਗੇ। ਠੀਕ ਹੈ, ਮੈਨੂੰ ਯਕੀਨ ਹੈ। ਤਾਂ ਹੁਣ ਫਿਰ ਪੁੱਛਦੇ ਨੇ ਵੀ ਸਰ ਆਪਾਂ ਕਿਹੜੇ ਮਹੀਨੇ 'ਤੇ ਆ ਗਏ। ਤਾਂ ਇਹ ਜਿਹੜੀ ਵੀਡੀਓ ਹੈ ਤੁਸੀਂ ਜਨਵਰੀ 2023 ਦੀ ਦੇਖ ਰਹੇ ਹੋ। ਠੀਕ ਹੈ, ਤਾਂ ਉਸ ਤੋਂ ਬਾਅਦ ਆਪਾਂ ਫਰਵਰੀ 2023 ਦੀ ਇੱਕ ਦਿਨ ਦੇ ਵਿੱਚ ਇਹਦੀਆਂ 4 ਵੀਡੀਓਜ਼ ਮੈਂ ਪਾ ਦੂੰਗਾ। ਫਿਰ ਮਾਰਚ 2023 ਇਹਦੀਆਂ ਵੀ ਆਪਾਂ 4 ਵੀਡੀਓਜ਼ ਇੱਕ ਦਿਨ ਦੇ ਵਿੱਚ ਪਾ ਦਾਂਗੇ। ਫਿਰ ਅਪ੍ਰੈਲ 2023। ਹੁਣ ਤੁਸੀਂ ਕੀ ਕਰਨਾ, ਤੁਹਾਨੂੰ PDF ਬਣਾਉਣ ਦੀ ਲੋੜ ਹੈ ਨਹੀਂ, ਕਿਉਂਕਿ PDF ਜਿਹੜੀ ਇਹਦੀ ਮੈਂ ਤੁਹਾਨੂੰ ਆਲਰੇਡੀ ਜਿਹੜੀ ਇਹ PDF ਹੈ ਸੇਮ ਐਜ਼ ਇਟ ਇਜ਼ ਤੁਹਾਨੂੰ ਸੈਂਡ ਕਰ ਦੂੰਗਾ। ਠੀਕ ਹੈ, ਤਾਂ ਤੁਹਾਨੂੰ ਇਹਦੀ PDF ਬਣਾਉਣ ਦੀ ਤਾਂ ਲੋੜ ਨਹੀਂ ਹੈਗੀ। ਤਾਂ ਤੁਸੀਂ ਸਿਰਫ ਬਸ ਕੀ ਕਰਨਾ, ਜਿੰਨਾ ਆਪਾਂ ਕਰਾਂਗੇ ਤੁਸੀਂ ਉਹਨਾਂ ਨਾਲ ਕਰੀ ਜਾਣਾ। ਅਤੇ ਇਹਦੀ PDF ਆਪਾਂ ਟੈਲੀਗ੍ਰਾਮ ਗਰੁੱਪ ਦਾ ਲਿੰਕ ਤੁਹਾਨੂੰ ਸ਼ੇਅਰ ਕਰ ਦਾਂਗੇ, ਉੱਥੋਂ ਡਾਊਨਲੋਡ ਕਰ ਲਿਓ। ਠੀਕ ਹੈ, ਤਾਂ ਹੁਣ ਤੁਸੀਂ ਸਿਰਫ ਇਹਨੂੰ ਪੜ੍ਹ ਲੈ, ਕੋਸ਼ਿਸ਼ ਕਰਿਓ ਵੀ ਤੁਸੀਂ ਲਿਖਣ 'ਤੇ ਬਹੁਤਾ ਨਾ ਜ਼ੋਰ ਦਿਓ। ਸਿਰਫ ਆਪਦਾ ਤੁਸੀਂ ਇਹਨੂੰ ਵੀਡੀਓ ਦੇਖੋ ਅਤੇ PDF ਟੈਲੀਗ੍ਰਾਮ 'ਚੋਂ ਡਾਊਨਲੋਡ ਕਰਕੇ ਪ੍ਰਿੰਟ ਕਢਾ ਲਓ। ਠੀਕ ਹੈ, ਚਲੋ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਆਪਾਂ ਸਟਾਰਟ ਕਰਦੇ ਹਾਂ। ਤਾਂ ਸਭ ਤੋਂ ਪਹਿਲੀ ਨਿਊਜ਼ ਹੈ 5th ਖੇਲੋ ਇੰਡੀਆ ਯੂਥ ਗੇਮਸ। ਠੀਕ ਹੈ, ਤਾਂ ਇਸ ਮਤਲਬ ਤੁਹਾਨੂੰ ਪਹਿਲਾਂ ਵੀ ਆਪਾਂ ਨੇ ਬਹੁਤ ਵਾਰੀ ਦੱਸਿਆ ਵੀ ਇਹ ਹੋਈਆਂ ਕਿੱਥੇ ਨੇ, ਮੱਧ ਪ੍ਰਦੇਸ਼ ਦੇ ਵਿੱਚ। ਤਾਂ ਮੱਧ ਪ੍ਰਦੇਸ਼ ਨੇ ਹੋਸਟ ਕੀਤੀਆਂ ਸੀ, ਪਰ ਜਿੱਤੀ ਕੌਣ ਸੀ ਯਾਦ ਰੱਖਿਓ, ਮਹਾਰਾਸ਼ਟਰ। 5th ਖੇਲੋ ਇੰਡੀਆ ਯੂਥ ਗੇਮਸ ਹੋਈਆਂ ਮੱਧ ਪ੍ਰਦੇਸ਼ ਦੇ ਵਿੱਚ ਨੇ ਅਤੇ ਫਸਟ ਲਈ ਆਪਣੇ ਕੋਲ ਮਹਾਰਾਸ਼ਟਰ ਹੈ। ਮਹਾਰਾਸ਼ਟਰ ਟੋਟਲ 161 ਮੈਡਲ ਜਿੱਤੇ ਨੇ, ਜਿਹਦੇ ਵਿੱਚੋਂ 56 ਗੋਲਡ ਨੇ, 50 ਸਿਲਵਰ ਨੇ, 55 ਸਿਲਵਰ ਨੇ ਅਤੇ 50 ਬ੍ਰੌਂਜ ਨੇ। ਠੀਕ ਹੈ, ਤੁਸੀਂ ਬਸ ਇੰਨਾ ਕੁ ਯਾਦ ਰੱਖ ਲਿਓ ਵੀ ਮਹਾਰਾਸ਼ਟਰ ਫਸਟ ਹੈ। 5th ਖੇਲੋ ਇੰਡੀਆ ਗੇਮਸ ਹੋਈਆਂ ਕਿੱਥੇ ਸੀ, ਮੱਧ ਪ੍ਰਦੇਸ਼ ਵਿੱਚ। ਅਤੇ ਟਾਰਚ ਅਮਰਕੰਟਕ, ਇਹ ਇੰਪੋਰਟੈਂਟ ਕਾਹਤੋਂ ਹੈ, ਪਹਿਲੀ ਸਮਾਰਟ ਟਾਰਚ ਹੈ ਜਿਹੜੀ ਕਿਸੇ ਗੇਮ ਦੇ ਵਿੱਚ ਯੂਜ਼ ਹੋਈ ਹੈ ਇੰਡੀਆ ਦੇ ਵਿੱਚ। ਠੀਕ ਹੈ, ਸਮਾਰਟ ਟਾਰਚ ਮਤਲਬ ਹੈ ਇਹ ਮਤਲਬ ਉਹ ਨੈਚੁਰਲ ਫਲੇਮ ਨਹੀਂ ਸੀਗੀ ਵੀ ਇੱਕ ਤਰ੍ਹਾਂ ਦੀ ਆਰਟੀਫਿਸ਼ੀਅਲ ਫਲੇਮ ਸੀ। ਤਾਂ ਸਮਾਰਟ ਟਾਰਚ ਜਿਹੜੀ ਯੂਜ਼ ਹੋਈ ਸੀ ਤਾਂ ਅਮਰਕੰਟਕ। ਉਦੋਂ ਬਾਅਦ ਇਹਦਾ ਮਾਸਕਟ ਕੀ ਸੀਗਾ, ਆਸ਼ਾ ਅਤੇ ਮੋਗਲੀ। ਤਾਂ 5th ਖੇਲੋ ਇੰਡੀਆ ਯੂਥ ਗੇਮਸ ਦਾ ਮਾਸਕਟ ਆਸ਼ਾ ਅਤੇ ਮੋਗਲੀ। ਤਾਂ 36ਵੀਆਂ ਨੈਸ਼ਨਲ ਗੇਮਸ ਦਾ ਸਵਜ ਤੁਹਾਨੂੰ ਪਹਿਲਾਂ ਕਰਵਾਇਆ ਹੋਇਆ ਹੈ। ਠੀਕ ਹੈ, 36ਵੀਆਂ ਨੈਸ਼ਨਲ ਗੇਮਸ ਦਾ ਕੀ ਸੀਗਾ ਆਪਣੇ ਕੋਲ, ਸਵਜ ਏਸ਼ੀਆਟਿਕ ਲਾਇਨ। ਅਤੇ ਆਪਣੇ ਕੋਲ ਜਿਹੜੀਆਂ ਅੰਡਰ 17 ਵੂਮੈਨ ਵਰਲਡ ਕੱਪ ਹੋਇਆ ਸੀਗਾ, ਠੀਕ ਹੈ, ਹਾਕੀ ਦਾ ਨਹੀਂ ਫੀਫਾ ਦਾ, ਸੌਰੀ ਫੀਫਾ ਵੂਮੈਨ ਵਰਲਡ ਕੱਪ ਹੋਇਆ ਸੀਗਾ, ਉਹਦਾ ਥੀਮ ਕੀ ਸੀਗਾ ਆਪਣੇ ਕੋਲ, ਇਬਹਾ। ਠੀਕ ਹੈ, ਉਹਦਾ ਥੀਮ ਕੀ ਸੀਗਾ ਆਪਣੇ ਕੋਲ, ਇਬਹਾ ਏਸ਼ੀਆਟਿਕ ਲਾਇਨ। 36ਵਾਂ ਨੈਸ਼ਨਲ ਗੇਮਸ ਦਾ ਸਵਜ, ਅੰਡਰ 17 ਵੂਮੈਨ ਫੀਫਾ ਵਰਲਡ ਕੱਪ ਦਾ ਇਬਹਾ, ਅਤੇ ਆਹ 2 ਹੋਰ ਯਾਦ ਕਰ ਲਿਓ। 5th ਖੇਲੋ ਇੰਡੀਆ ਗੇਮਸ ਦਾ ਆਸ਼ਾ ਅਤੇ ਮੋਗਲੀ। ਆਪਸ਼ਨ ਤੋਂ ਟਿਕ ਹੋ ਜਾਊਗਾ ਆਸ਼ਾ ਅਤੇ ਮੋਗਲੀ। ਠੀਕ ਹੈ, ਚਲੋ ਉਸ ਤੋਂ ਬਾਅਦ ਥੀਮ ਕੀ ਸੀਗਾ, MP ਸ਼ੋਰ ਮਚਾ ਦੇ ਹਿੰਦੁਸਤਾਨ ਕਾ ਦਿਲ ਧੜਕਾ ਦੇ। MP ਸ਼ੋਰ ਮਚਾ ਦੇ ਹਿੰਦੁਸਤਾਨ ਕਾ ਦਿਲ ਧੜਕਾ ਦੇ। ਠੀਕ ਹੈ, ਤਾਂ ਇਹ ਪਹਿਲੀ ਨਿਊਜ਼ ਸੀ। 5th ਖੇਲੋ ਇੰਡੀਆ ਗੇਮਸ ਕਿੱਥੇ ਹੋਈਆਂ ਆਪਣੇ ਕੋਲ, ਮੱਧ ਪ੍ਰਦੇਸ਼ ਦੇ ਵਿੱਚ। ਟਾਰਚ ਅਮਰਕੰਟਕ, ਮਾਸਕਟ ਆਸ਼ਾ ਅਤੇ ਮੋਗਲੀ, ਥੀਮ MP ਸ਼ੋਰ ਮਚਾ ਦੇ ਦਿਲ ਹਿੰਦੁਸਤਾਨ ਕਾ ਦਿਲ ਧੜਕਾ ਦੇ, ਅਤੇ ਜਿੱਤੀ ਕੌਣ ਹੈ, ਮਹਾਰਾਸ਼ਟਰ। ਠੀਕ ਹੈ, ਸੈਕਿੰਡ ਨਿਊਜ਼ ਤਾਂ 2023 ਐਡਲੈਡ ਇੰਟਰਨੈਸ਼ਨਲ ਟਾਈਟਲ ਟੈਨਿਸ ਦਾ ਟੂਰਨਾਮੈਂਟ ਹੈ, ਕੌਣ ਜਿੱਤਿਆ। ਤਾਂ ਇਹ ਨਿਊਜ਼ ਆਪਾਂ ਨੇ ਤਾਂ ਲਿਖਤੀ ਜਿਹੜੇ ਆਪਣੇ ਕੋਲ 2023 ਦਾ ਆਸਟ੍ਰੇਲੀਅਨ ਓਪਨ ਜਿੱਤੇ ਨੇ ਉਹੀ ਇਹ ਜਿੱਤੇ ਨੇ। ਠੀਕ ਹੈ, ਤਾਂ ਮਤਲਬ ਆਪਾਂ ਨੇ ਆਹ ਤਾਂ ਯਾਦ ਕਰਨੀ ਕਰਨਾ, ਇਹ ਤਾਂ ਵੈਰੀ ਵੈਰੀ ਇੰਪੋਰਟੈਂਟ ਹੈ। ਠੀਕ ਹੈ, ਤਾਂ ਜੇ ਯਾਦ ਕਰ ਲਿਆ ਫਿਰ ਆਪਾਂ ਨੇ ਵੀ ਇਹ ਵੀ ਕਾਹਨੂੰ ਛੱਡਣਾ ਲੱਗਦੇ ਹੱਥ, ਕਿਉਂਕਿ ਉਹੀ ਤਾਂ ਬੰਦੇ ਨੇ। ਪਹਿਲਾਂ ਆਪਾਂ ਆਸਟ੍ਰੇਲੀਅਨ ਓਪਨ ਪੜ੍ਹਦੇ ਹਾਂ 2023 ਦਾ। ਆਸਟ੍ਰੇਲੀਅਨ ਓਪਨ ਨੋਵਾਕ ਡਿਜੋਕੋਵਿਕ ਜਿੱਤਿਆ ਮੈਨਸ ਸਿੰਗਲ ਦੇ ਵਿੱਚੋਂ, ਅਤੇ ਵੂਮੈਨ ਸਿੰਗਲ ਦੇ ਵਿੱਚੋਂ ਅਰੀਆਨਾ ਸਵੈਲੈਂਕਾ। ਠੀਕ ਹੈ, ਤਾਂ ਕਿਵੇਂ ਦੇਖੋ, ਅਰੀਆਨਾ ਐਂ ਯਾਦ ਕਰ ਲੈ। ਠੀਕ ਹੈ, ਵੀ ਅਰੀਆਨਾ ਆਸਟ੍ਰੇਲੀਅਨ ਓਪਨ ਅਰੀਆਨਾ, ਵੀ ਮੈਂ ਜਿੱਤੂੰਗੀ ਤੂੰ ਅਰੀਆ ਤਾਂ ਨਾ। ਠੀਕ ਹੈ, ਬਸ ਅਰੀਆਨਾ ਆਪਸ਼ਨ ਤੋਂ ਟਿਕ ਹੋ ਜਾਊਗਾ। ਤਾਂ ਬੇਲਾਰੂਸ ਦੀ ਖਿਡਾਰਨ ਅਰੀਆਨਾ ਇਹ ਜਿੱਤੀ ਹੈ ਆਸਟ੍ਰੇਲੀਅਨ ਓਪਨ। ਅਤੇ ਮੈਂਸ ਦੇ ਵਿੱਚੋਂ ਸਰਬੀਆ ਦਾ ਨੋਵਾਕ ਡਿਜੋਕੋਵਿਚ, ਇਹ ਤਾਂ ਸਿਰੇ ਦਾ ਖਿਡਾਰੀ ਹੈ, ਮਤਲਬ ਬੈਸਟ ਹੈ ਇਸ ਟਾਈਮ ਟੈਨਿਸ ਦਾ। ਤਾਂ ਇਹ ਤਾਂ ਆਪਾਂ ਉੱਥੋਂ ਵੀ ਯਾਦ ਕਰ ਸਕਦੇ ਹਾਂ। ਇਹੀ ਦੋਨੇ ਜਿੱਤੇ ਨੇ ਆਪਣੇ ਕੋਲ ਐਡੀਲੇਡ ਇੰਟਰਨੈਸ਼ਨਲ ਟੈਨਿਸ। ਠੀਕ ਹੈ, ਨੋਵਾਕ ਡਿਜੋਕੋਵਿਕ ਅਤੇ ਅਰੀਆਨਾ। ਠੀਕ ਹੈ, ਅਰੀਆਨਾ ਸਵੈਲੈਂਕਾ। ਠੀਕ ਹੈ, ਬੇਲਾਰੂਸ ਦੀ। ਤਾਂ 2023 ਐਡੀਲੇਡ ਇੰਟਰਨੈਸ਼ਨਲ ਅਤੇ ਆਸਟ੍ਰੇਲੀਅਨ ਓਪਨ। ਠੀਕ ਹੈ, ਤਾਂ ਜਿਹੜੇ ਗ੍ਰੈਂਡ ਸਲੈਮਸ ਨੇ ਉਹ ਮੈਂ ਸਾਰੇ ਤੁਹਾਨੂੰ ਇੱਕ ਵਾਰੀ ਇਕੱਠੇ ਲਿਖਤੇ ਵੀ ਉਹਦੇ ਨਾਲ ਆਪਾਂ ਨੂੰ ਨਾ ਉਹਦੇ ਉੱਪਰ ਕਈ ਵਾਰ ਐਵੇਂ ਕੁਐਸਚਨ ਆਉਂਦਾ ਵੀ ਕਿਹੜੇ ਕੋਰਟ ਦੇ ਉੱਪਰ ਖੇਡਿਆ ਜਾਂਦਾ। ਤਾਂ 4 ਟੈਨਿਸ ਦੇ ਜਿਹੜੇ ਟੂਰਨਾਮੈਂਟ ਨੇ ਇਹਨਾਂ ਨੂੰ ਗ੍ਰੈਂਡ ਸਲੈਮਸ ਕਿਹਾ ਜਾਂਦਾ। ਇਹਨਾਂ ਦਾ ਆਰਡਰ ਵੀ ਤੁਸੀਂ ਆਹੀ ਯਾਦ ਰੱਖਣਾ, ਕਈ ਵਾਰ ਕਰੋਨੋਲੋਜੀ ਆਰਡਰ ਪੁੱਛੂਗਾ। ਸਭ ਤੋਂ ਪਹਿਲਾਂ ਹੁੰਦਾ ਆਸਟ੍ਰੇਲੀਅਨ ਓਪਨ, ਜਨਵਰੀ ਦੇ ਵਿੱਚ ਹੁੰਦਾ। ਫਿਰ ਹੁੰਦਾ ਫਰੈਂਚ ਓਪਨ, ਇਹ ਮਈ ਜੂਨ 'ਚ ਹੁੰਦਾ। ਫਿਰ ਬੰਬਿਲਡਨ ਜੂਨ ਜੁਲਾਈ 'ਚ ਹੁੰਦਾ। ਫਿਰ US ਓਪਨ ਆਪਣੇ ਕੋਲ ਅਗਸਤ ਸਤੰਬਰ ਦੇ ਵਿੱਚ ਹੁੰਦਾ। ਤਾਂ ਕਹਿਣ ਤੋਂ ਭਾਵ ਵੀ ਆਪਣੇ ਕੋਲ 2023 ਦਾ ਤਾਂ ਤੁਹਾਡੇ ਪੇਪਰ ਤੋਂ ਪਹਿਲਾਂ
2023 ਦਾ ਤਾਂ ਇਕੱਲਾ ਆਸਟ੍ਰੇਲੀਅਨ ਓਪਨ ਹੀ ਹੋਇਆ ਹੋਊਗਾ, ਬਾਕੀ ਤੁਹਾਨੂੰ ਸਾਰੇ ਕਿਹੜੇ ਯਾਦ ਕਰਨੇ ਪੈਣਗੇ 2022 ਦੇ। ਠੀਕ ਹੈ, ਤਾਂ ਮੈਂ ਸਾਰੇ 2022 ਦੇ ਲਿਖੇ ਨੇ। 2023 ਦਾ ਆਸਟ੍ਰੇਲੀਅਨ ਓਪਨ ਤੁਹਾਡੇ ਯਾਦ ਕਰਵਾਤਾ। ਮੈਂਸ ਚੋਂ ਕੌਣ ਜਿੱਤਿਆ? ਨੋਵਾਕ ਡਿਓਕੋਵਿਕ, ਤੇ ਵੂਮੈਨਸ ਤੋਂ ਰਿਆਨਾ। ਤਾਂ ਹੁਣ 2022 ਦੇ ਯਾਦ ਕਰਦੇ ਹਾਂ। ਤਾਂ 2022 ਦੇ ਆਪਾਂ ਨੇ ਇਕੱਠੇ 4 ਯਾਦ ਕਰ ਲਿਓ। ਪਹਿਲਾਂ ਤਾਂ ਕਿਹੜੇ ਕੋਰਟ ਦੇ ਉੱਪਰ ਖੇਡਿਆ ਜਾਂਦਾ? ਤਾਂ ਆਸਟ੍ਰੇਲੀਅਨ ਓਪਨ ਹਾਰਡ ਕੋਰਟ ਦੇ ਉੱਪਰ ਯਾਦ ਰੱਖਿਓ, ਫਰੈਂਚ ਵਾਲਾ ਕਲੇ ਦੇ ਉੱਪਰ, ਬੰਬਿਲਡਨ ਵਾਲਾ ਗਰਾਸ ਦੇ ਉੱਪਰ, US ਵਾਲਾ ਹਾਰਡ ਦੇ ਉੱਪਰ। ਮੈਂ ਕਿਵੇਂ ਯਾਦ ਕੀਤਾ ਹੋਇਆ ਵੀ ਪਹਿਲਾ ਤੇ ਚੌਥਾ ਹਾਰਡ ਕੋਰਟ ਦੇ ਉੱਪਰ, ਬੰਬਿਲਡਨ ਵਾਲਾ ਤਾਂ ਮੇਰੇ ਯਾਦ ਹੀ ਆ, ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਗਰਾਸ ਦੇ ਉੱਪਰ ਖੇਡਿਆ ਜਾਂਦਾ। ਬੰਬਿਲਡਨ ਵਾਲਾ ਗਰਾਸ ਦੇ ਉੱਪਰ ਤੁਸੀਂ ਇੱਕ ਵਾਰੀ ਨਾ ਇਹਨਾਂ ਦੀ ਗੂਗਲ 'ਤੇ ਇਮੇਜ ਦੇਖ ਸਕਦੇ ਹੋ, ਤੁਹਾਨੂੰ ਉੱਥੋਂ ਵੀ ਈਜ਼ੀਲੀ ਇਹਨਾਂ ਦੇ ਕਲੈਰੀਫਿਕੇਸ਼ਨ ਹੋ ਜੂਗੀ ਵੀ ਹਾਂ ਗਰਾਸ ਕੋਰਟ ਹੈ, ਹਾਰਡ ਕੋਰਟ ਹੈ। ਠੀਕ ਹੈ, ਤਾਂ ਫਰੈਂਚ ਵਾਲਾ ਕਲੇ ਕੋਰਟ ਦੇ ਉੱਪਰ, ਫਰੈਂਚ ਕਲੇ ਆਸਟ੍ਰੇਲੀਅਨ ਤੇ US ਆਪਣੇ ਕੋਲੇ ਹਾਰਡ ਕੋਰਟ ਦੇ ਉੱਪਰ। ਠੀਕ ਹੈ, ਚਲੋ ਤਾਂ 2022 ਦਾ ਆਸਟ੍ਰੇਲੀਅਨ ਓਪਨ ਜਿੱਤਿਆ ਸੀ ਰਫੇਲ ਨਡਾਲ, ਤੇ ਕੁੜੀਆਂ ਦੇ ਵਿੱਚੋਂ ਜਿੱਤੀ ਸੀ ਆਸ਼ਲੇ ਬਾਰਟੀ। ਆਸਟ੍ਰੇਲੀਆ ਦੀ ਬਹੁਤ ਤਕੜੀ ਖਿਡਾਰਨ ਹੈ, ਪਰ ਇਹਨੇ ਬਹੁਤ ਜਲਦੀ ਸੰਨਿਆਸ ਲੈ ਲਿਆ, ਬਹੁਤ ਛੋਟੀ ਉਮਰ ਦੇ ਵਿੱਚ। ਠੀਕ ਹੈ, ਉਸ ਤੋਂ ਬਾਅਦ ਫਰੈਂਚ ਓਪਨ ਵੀ ਰਫੇਲ ਨਡਾਲ ਹੀ ਜਿੱਤਿਆ ਸੀ, ਸਪੇਨ ਦਾ ਖਿਡਾਰੀ ਹੈ। ਤੇ ਕੁੜੀਆਂ 'ਚੋਂ ਜਿਹਨੇ ਅੱਗ ਲਾਈ ਪਈ ਹੈ ਟੈਨਿਸ ਦੇ ਵਿੱਚ, ਕੀ ਨਾਮ ਹੈ ਉਹਦਾ? ਆਗਾ ਸਵਾਇਤਿਕ ਪੋਲੈਂਡ ਦੀ ਖਿਡਾਰਨ ਹੈ। ਉਸ ਤੋਂ ਬਾਅਦ ਬੰਬਿਲਡਨ, ਨੋਵਾਕ ਡਿਓਕੋਵਿਕ ਸਰਬੀਆ ਦਾ, ਤੇ ਕੁੜੀਆਂ 'ਚੋਂ ਰਾਈਬੇਕਿਨਾ। ਠੀਕ ਹੈ, ਰਸ਼ੀਅਨ ਖਿਡਾਰਨ ਹੈ ਰਾਈਬੇਕਿਨਾ। ਉਹਦੇ ਬਾਅਦ 'ਚ US ਓਪਨ, ਜਿਹੜਾ ਨੋਵਾਕ ਡਿਓਕੋਵਿਕ ਹੈ ਇਹਨੂੰ US ਓਪਨ ਖੇਡਣ ਨਹੀਂ ਦਿੱਤਾ ਗਿਆ ਸੀ। ਪਤਾ ਕਾਹਤੋਂ? ਇਹ ਆਪਦੀ ਜਿਹੜੀ ਕਰੋਨਾ ਨੈਗੇਟਿਵ ਦੀ ਜਿਹੜੀ ਰਿਪੋਰਟ ਸੀ ਉਹ ਭੁੱਲੇ ਆਇਆ। ਠੀਕ ਹੈ, ਤਾਂ ਜੇ ਭੁੱਲੇ ਆਇਆ ਇਹਨੂੰ ਖੇਡਣ ਨਹੀਂ ਦਿੱਤਾ ਗਿਆ। ਤਾਂ ਆਪਾਂ ਇਹਨੂੰ ਐਂ ਯਾਦ ਕਰ ਲਾਂਗੇ ਵੀ ਆਹ ਬੰਦੇ ਜਿੱਤਣ ਦਾ ਰਾਜ ਇਹੀ ਸੀਗਾ ਵੀ ਨੋਵਾਕ ਡਿਓਕੋਵਿਕ ਨਹੀਂ ਖੇਡਿਆ। ਯਾਦ ਕਰਨ ਦਾ ਤਰੀਕਾ ਹੀ ਹੈ। ਤਾਂ US ਓਪਨ ਡਿਓਕੋਵਿਕ ਨਹੀਂ ਖੇਡਿਆ ਸੀ, ਤਾਂ ਕਰਕੇ ਕੌਣ ਜਿੱਤ ਗਿਆ? ਅਲਕਾ ਰਾਜ ਹੈ ਉਹਦੇ ਜਿੱਤਣ ਦੇ ਪਿੱਛੇ। ਕੀ ਰਾਜ ਹੈ? ਵੀ ਆਪਣੇ ਕੋਲ ਜਿਹੜਾ ਨੋਵਾਕ ਡਿਓਕੋਵਿਕ ਹੈ ਇਹ ਨਹੀਂ ਖੇਡਿਆ ਸੀ। ਠੀਕ ਹੈ, ਤਾਂ ਆਪਾਂ ਇਹਨੂੰ ਕਿਵੇਂ ਯਾਦ ਕਰ ਲਾਂਗੇ ਵੀ ਅਲਕਾ ਰਾਜ ਜਿੱਤ ਗਿਆ। ਠੀਕ ਹੈ, ਅਲਕਾ ਰਾਜ। ਤੇ ਕੁੜੀਆਂ 'ਚੋਂ ਈਗਾ ਸਵਾਇਤਿਕ ਪੋਲੈਂਡ ਦੀ। ਠੀਕ ਹੈ, ਚਲੋ ਰਿਪੀਟ ਕਰਦੇ ਹਾਂ। ਆਸਟ੍ਰੇਲੀਅਨ ਓਪਨ ਫਰੈਂਚ ਓਪਨ 2022 ਦਾ ਰਫੇਲ ਨਡਾਲ ਹੀ ਜਿੱਤਿਆ। ਕੁੜੀਆਂ 'ਚੋਂ ਆਸਟ੍ਰੇਲੀਅਨ ਓਪਨ ਏ ਤੇ ਆਸਟ੍ਰੇਲੀਆ ਦੀ ਖਿਡਾਰਨ ਆਸ਼ਲੇ ਬਾਰਟੀ। ਫਰੈਂਚ ਓਪਨ ਈਗਾ ਸਵਾਇਤਿਕ। ਬੰਬਿਲਡਨ ਰਾਈਬੇਕਿਨਾ, ਤੇ ਇੱਧਰ ਨੋਵਾਕ ਡਿਓਕੋਵਿਕ। US ਓਪਨ ਜਿੱਤਿਆ ਸੀ, ਉਹਦੇ ਪਿੱਛੇ ਜਿੱਤਣ ਦਾ ਰਾਜ ਸੀ ਅਲਕਾ ਰਾਜ, ਤੇ ਆਪਣੇ ਕੋਲ ਵੂਮੈਨਸ ਦੇ ਵਿੱਚੋਂ ਈਗਾ ਸਵਾਇਤਿਕ ਪੋਲੈਂਡ ਦੀ। ਠੀਕ ਹੈ, ਹੁਣ ਮੈਂ ਵਾਰੀ ਕਹਿਣਾ ਕਿਤੇ ਆਸਟ੍ਰੇਲੀਅਨ ਓਪਨ 2022 ਦੇ ਚੱਕਰ 'ਚ ਉਸ ਨੂੰ 23 ਦਾ ਪੁੱਛ ਲਿਆ, ਆਹ ਨਾ ਟਿਕ ਕਰਿਆ ਹੀ। ਆਸਟ੍ਰੇਲੀਅਨ ਓਪਨ ਦਾ ਤੁਸੀਂ 2023 ਦਾ ਰੱਟ ਕੇ ਜਾਣਾ। ਠੀਕ ਹੈ, ਬਾਕੀ ਫਰੈਂਚ, ਬੰਬਿਲਡਨ, US ਇਹ 2022 ਦੇ, ਕਿਉਂਕਿ ਜਦੋਂ ਤੱਕ ਤੁਹਾਡਾ ਪੇਪਰ ਹੈ ਉਦੋਂ ਤੱਕ ਇਹ 2023 ਦੇ ਨਹੀਂ ਹੋਏ ਹੋਣਗੇ। ਠੀਕ ਹੈ, ਚਲੋ ਤਾਂ ਇਹਨੂੰ ਇੰਪੋਰਟੈਂਟ ਮਾਰਕ ਕਰਿਓ। 2023 ਦਾ ਆਸਟ੍ਰੇਲੀਅਨ ਓਪਨ ਤੇ ਆ ਸਾਰੇ 2022 ਦੇ ਗ੍ਰੈਂਡ ਸਲੈਮ। ਉਦੋਂ ਬਾਅਦ 'ਚ ਇੰਡੀਆ ਦੇ ਵਿੱਚ ਇੱਕ ਇਕਲੌਤਾ ਟੈਨਿਸ ਦਾ ਜਿਹੜਾ ਟੂਰ ਲੈਵਲ ਟੈਨਿਸ ਇਵੈਂਟ ਹੈ ਉਹ ਹੈਗਾ ਟਾਟਾ ਓਪਨ। ਮਹਾਰਾਸ਼ਟਰ ਦੇ ਵਿੱਚ ਹੋਇਆ। ਜਿੱਤਿਆ ਕੌਣ ਹੈ ਇਹ? ਡੱਚ ਦਾ ਟੈਲੋਨ ਗ੍ਰਿਕਸਪੂਰ। ਠੀਕ ਹੈ, ਬਸ ਇਹਨੂੰ ਇੱਕ ਵਾਰੀ ਨਾਮ ਯਾਦ ਕਰ ਲਓ ਹੈ ਨਾ, ਵੀ ਇੰਡੀਆ ਦੇ ਵਿੱਚ ਕਪੂਰ ਹੁੰਦੇ ਨੇ ਨਾ, ਸੁਨੀਲ ਕਪੂਰ, ਐਵੇਂ ਯਾਦ ਕਰ ਲਓ, ਕਪੂਰ ਤਾਂ ਕਸਪੂਰ ਐਂ ਜੇ ਨਾਮ ਹੈ ਇਹਦਾ। ਡੱਚ ਦਾ ਖਿਡਾਰਨ ਹੈ ਜਿਹੜਾ ਟੈਨਿਸ ਟਾਟਾ ਓਪਨ ਮਹਾਰਾਸ਼ਟਰ ਜਿੱਤਿਆ। ਕੋਈ ਬਹੁਤਾ ਇੰਪੋਰਟੈਂਟ ਨਹੀਂ, ਪਰ ਮੈਂ ਤਾਂ ਲਿਖਤਾ ਵੀ ਇੱਕ ਵਾਰੀ ਆਪਾਂ ਨੇ ਸਾਰੇ ਟੈਨਿਸ ਦੀ ਨਿਊਜ਼ ਜੀ ਇਕੱਠੀਆਂ ਕਵਰ ਕਰ ਲਈਏ। ਠੀਕ ਹੈ, ਜਿਵੇਂ ਸਾਰੀਆਂ ਟੈਨਿਸ ਦੀਆਂ ਸੀ, ਤਾਂ ਗ੍ਰੈਂਡ ਸਲੈਮ ਜ਼ਿਆਦਾ ਇੰਪੋਰਟੈਂਟ ਨੇ। ਇੰਡੀਆ ਦੇ ਵਿੱਚ ਇਕਲੌਤਾ ਜਿਹੜਾ ਟੂਰ ਲੈਵਲ ਕੋਈ ਵੀ ਵਧੀਆ ਬਾਹਰੋਂ ਖਿਡਾਰੀ ਆਉਂਦੇ ਨੇ ਤਾਂ ਉਹ ਆਹੀ ਹੈ, ਟੈਨਿਸ ਟਾਟਾ ਓਪਨ ਮਹਾਰਾਸ਼ਟਰ। ਆਹ ਵੈਰੀ ਇੰਪੋਰਟੈਂਟ ਨਿਊਜ਼ ਸਾਰਿਆਂ ਨੂੰ ਵੈਸੇ ਪਤਾ ਹੀ ਹੈ ਵੀ 9 ਜਨਵਰੀ ਨੂੰ ਕੀ ਮਨਾਇਆ ਜਾਂਦਾ? NRI ਡੇ ਜਾਂ ਫਿਰ ਪ੍ਰਵਾਸੀ ਭਾਰਤੀ ਦਿਵਸ ਜਾਂ ਫਿਰ NRI ਡੇ। 9 ਜਨਵਰੀ ਨੂੰ ਕਾਹਤੋਂ ਮਨਾਇਆ ਜਾਂਦਾ? ਕਿਉਂਕਿ ਗਾਂਧੀ ਜੀ ਸਾਊਥ ਅਫਰੀਕਾ ਤੋਂ ਇੰਡੀਆ ਵਾਪਸ ਆਏ ਸੀ। ਕਦੋਂ? 9 ਜਨਵਰੀ 1915 ਨੂੰ। ਤਾਂ ਕਰਕੇ ਆਪਣੇ ਕੋਲ ਪ੍ਰਵਾਸੀ ਭਾਰਤੀ ਦਿਵਸ ਮਨਾਇਆ ਜਾਂਦਾ 9 ਜਨਵਰੀ ਨੂੰ। ਠੀਕ ਹੈ, ਉਸ ਤੋਂ ਬਾਅਦ ਦੇਖੋ 9 ਜਨਵਰੀ ਨੂੰ ਪ੍ਰਵਾਸੀ ਭਾਰਤੀ ਦਿਵਸ ਮਨਾਇਆ। ਦੇਖੋ 9 ਜਨਵਰੀ ਨੂੰ ਪ੍ਰਵਾਸੀ ਭਾਰਤੀ ਦਿਵਸ ਮਨਾਇਆ ਕਿਉਂਕਿ ਗਾਂਧੀ ਜੀ ਕਿੱਥੋਂ ਆਏ ਸੀ? ਸਾਊਥ ਅਫਰੀਕਾ ਤੋਂ। ਉਰੋਂ ਮੈਂ ਯਾਦ ਕੀਤਾ ਹੋਇਆ ਵੀ ਗਾਂਧੀ ਜੀ ਸਾਊਥ ਅਫਰੀਕਾ ਤੋਂ ਆਏ ਸੀਗੇ, ਅਤੇ ਉਹਨਾਂ ਨੇ ਆ ਕੇ ਨਾ ਵਰਲਡ ਦੇ ਵਿੱਚ ਹਿੰਦੀ ਇੱਕ ਤਰ੍ਹਾਂ ਦੀ ਉਹਨਾਂ ਨੇ ਪ੍ਰਸਿੱਧ ਕੀਤੀ ਸੀ ਵਰਲਡ ਦੇ ਵਿੱਚ ਹਿੰਦੀ, ਕਿਉਂਕਿ ਬਾਹਰੋਂ ਆਏ ਸੀ ਨਾ, ਅਤੇ ਗਾਂਧੀ ਜੀ ਹਿੰਦੀ ਬੋਲਦੇ ਸੀ। ਤਾਂ ਕਰਕੇ ਆਪਾਂ ਵਰਲਡ ਹਿੰਦੀ ਡੇ ਵੀ ਉਰੀਓ ਯਾਦ ਕਰਾਂਗੇ। NRI ਡੇ ਤਾਂ ਸਾਰਿਆਂ ਨੂੰ ਯਾਦ ਹੋਊਗਾ, ਤਾਂ ਵਰਲਡ ਹਿੰਦੀ ਡੇ ਯਾਦ ਰੱਖਿਓ, ਅਗਲੇ ਦਿਨ ਹੀ ਮਨਾਇਆ ਜਾਂਦਾ 10 ਜਨਵਰੀ। ਸਿਰਫ ਯਾਦ ਕਰਨ ਦਾ ਤਰੀਕਾ ਹੈ ਵੀ ਗਾਂਧੀ ਜੀ ਨੇ ਹਿੰਦੀ ਨੂੰ ਪੂਰੇ ਵਰਲਡ ਦੇ ਵਿੱਚ ਪ੍ਰਸਿੱਧ ਕਰਤਾ ਸੀ। ਤਾਂ 9 ਜਨਵਰੀ ਨੂੰ ਪ੍ਰਵਾਸੀ ਭਾਰਤੀ ਦਿਵਸ ਕਿਉਂਕਿ ਗਾਂਧੀ ਜੀ ਇੰਡੀਆ ਆਏ ਸੀ, ਅਤੇ 10 ਜਨਵਰੀ ਨੂੰ ਵਰਲਡ ਹਿੰਦੀ ਡੇ। ਕਨਫਿਊਜ਼ ਨਾ ਕਰਿਓ ਹਿੰਦੀ ਦਿਵਸ ਨਾਲ, ਉਹ ਨੈਸ਼ਨਲ ਹਿੰਦੀ ਡੇ ਹੈ। ਇੱਕ ਵਰਲਡ ਹਿੰਦੀ ਡੇ ਹੈ, ਇੱਕ ਨੈਸ਼ਨਲ ਹਿੰਦੀ ਡੇ ਹੈ ਜਿਹਨੂੰ ਹਿੰਦੀ ਦਿਵਸ ਕਹਿੰਦੇ ਨੇ।
ਉਹ ਕਦੋਂ ਮਨਾਇਆ ਜਾਂਦਾ ਆਪਣੇ ਕੋਲੇ 14 ਸਤੰਬਰ ਨੂੰ। ਇਹ ਸਾਰੇ ਦਿਨ ਇੰਪੋਰਟੈਂਟ। ਨੈਸ਼ਨਲ ਹਿੰਦੀ ਡੇ 14 ਸਤੰਬਰ, ਵਰਲਡ ਹਿੰਦੀ ਡੇ 10 ਜਨਵਰੀ, ਪ੍ਰਵਾਸੀ ਭਾਰਤੀ ਦਿਵਸ 9 ਜਨਵਰੀ। ठीक है, ਚਲੋ ਇੰਡੀਆ ਦੀ ਫਾਸਟੈਸਟ ਪੇਮੈਂਟ ਐਪ ਕਿਹੜੀ ਹੈ? ਪੇ ਰੂਪ। ਇੰਡੀਆ ਦੀ ਫਾਸਟੈਸਟ ਪੇਮੈਂਟ ਐਪ ਕਿਹੜੀ ਹੈ ਆਪਣੇ ਕੋਲੇ? ਪੇ ਰੂਪ। ਇੰਡੀਆ ਦੀ ਫਾਸਟੈਸਟ ਪੇਮੈਂਟ ਐਪ ਯਾਦ ਰੱਖਿਓ। ਆਪਣੇ ਵਰਗਾ ਤੁੱਕਾ ਲਾਉਂਦਾ ਫੋਨਪੇ, ਗੂਗਲ ਪੇ, ਪੇਟੀਐਮ, ਇਹ 'ਤੇ ਲਾਊਗਾ ਤਾਂ ਯਾਦ ਰੱਖਿਓ ਪੇ ਰੂਪ। ਠੀਕ ਹੈ, ਮਤਲਬ ਐਂ ਲਾ ਲਓ ਵੀ ਜੇ ਆਪਾਂ ਨੇ ਰੁਪਏ ਨੂੰ ਪੈਸੇ ਪਾਉਣੇ ਨੇ ਤਾਂ ਬਹੁਤ ਜਲਦੀ ਪੈ ਜਾਣਗੇ। ਠੀਕ ਹੈ, ਪੇ ਰੂਪ। ਠੀਕ ਹੈ, ਰੂਪਾ ਮਤਲਬ ਇੱਕ ਤਰ੍ਹਾਂ ਦਾ ਪਿੰਡ ਵੀ ਆਪਣੇ ਨਾਮ ਤੋਂ ਯਾਦ ਕਰ ਸਕਦੇ ਹਾਂ। ਆਹ ਤੁਹਾਨੂੰ ਹੁਣੇ ਕਰਾਤਾ ਸੀ। ਵਰਲਡ ਹਿੰਦੀ ਡੇ ਕਦੋਂ ਮਨਾਇਆ ਜਾਂਦਾ ਹੈ? 10 ਜਨਵਰੀ ਨੂੰ। ਕਾਹ ਤੋਂ? ਇਹਦੇ ਪਿੱਛੇ ਨਾ ਦੋ ਕਾਰਨ ਨੇ। ਇਹ ਮਤਲਬ ਆ ਦੋਨੇ ਕੋਇੰਸੀਡੈਂਸ ਹੈ ਵੀ ਜਿਹੜੀ ਆਪਣੇ ਪਹਿਲੀ ਵਾਰੀ ਹਿੰਦੀ ਜਦੋਂ ਬੋਲੀ ਗਈ ਸੀ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਦੇ ਵਿੱਚ 10 ਜਨਵਰੀ 1949 'ਚ ਬੋਲੀ ਗਈ ਸੀ। 10 ਜਨਵਰੀ 1949 ਦੇ ਵਿੱਚ ਜਿਹੜੀ ਪਹਿਲੀ ਵਾਰੀ ਹਿੰਦੀ ਬੋਲੀ ਗਈ ਸੀ। ਠੀਕ ਹੈ, ਤਾਂ 10 ਜਨਵਰੀ 1949। ਇੱਕ ਤਾਂ ਆਪਾਂ ਇਹ ਕਹਿ ਸਕਦੇ ਹਾਂ ਵੀ ਇਹ ਵੀ ਇੱਕ ਕਾਰਨ ਹੈ ਵੀ 10 ਜਨਵਰੀ ਨੂੰ ਵਰਲਡ ਹਿੰਦੀ ਡੇ ਮਨਾਇਆ ਜਾਂਦਾ। ਦੂਜਾ, ਜਿਹੜੀ ਪਹਿਲੀ ਵਰਲਡ ਹਿੰਦੀ ਕਾਨਫਰੰਸ ਹੋਈ ਸੀ ਉਹ ਵੀ ਇਸੇ ਦਿਨ ਹੋਈ ਸੀ 10 ਜਨਵਰੀ 1975 ਨਾਗਪੁਰ ਮਹਾਰਾਸ਼ਟਰ ਦੇ ਵਿੱਚ। ਠੀਕ ਹੈ, ਤਾਂ ਯਾਦ ਰੱਖਿਓ ਵੀ ਵਰਲਡ ਹਿੰਦੀ ਡੇ ਆਪਣੇ ਕੋਲ 10 ਜਨਵਰੀ ਨੂੰ ਮਨਾਇਆ ਜਾਂਦਾ। ਵੈਸੇ ਯਾਦ ਕਰਨ ਦਾ ਤਰੀਕਾ ਤਾਂ ਮੈਂ ਤੁਹਾਨੂੰ NRI ਡੇ ਤੋਂ ਦੱਸਿਆ ਸੀ ਨਾ ਵੀ NRI ਬਾਹਰੇ ਰਹਿੰਦੇ ਨੇ, ਵਰਲਡ ਦੇ ਵਿੱਚ ਹਿੰਦੀ ਬੋਲਦੇ ਨੇ ਤਾਂ ਅਗਲੇ ਦਿਨ ਹੀ ਵਰਲਡ ਹਿੰਦੀ ਡੇ। ਅਤੇ ਵੈਸੇ ਇਹਦਾ ਰੀਜ਼ਨ ਆਪਾਂ ਇਹ ਕਹਿ ਸਕਦੇ ਹਾਂ ਵੀ ਆਪਣੇ ਕੋਲੇ ਜਿਹੜੀ ਪਹਿਲੀ ਵਾਰੀ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਦੇ ਵਿੱਚ ਹਿੰਦੀ ਬੋਲੀ ਗਈ ਸੀ ਤਾਂ ਉਹ ਕਦੋਂ ਬੋਲੀ ਗਈ ਸੀ ਆਪਣੇ ਕੋਲੇ? 10 ਜਨਵਰੀ 1949 ਨੂੰ। ਅਤੇ ਪਹਿਲੀ ਆਪਣੇ ਕੋਲ ਜਿਹੜੀ ਵਰਲਡ ਹਿੰਦੀ ਕਾਨਫਰੰਸ ਸੀ ਉਹ 1975 ਦੇ ਵਿੱਚ ਕਿੱਥੇ? ਨਾਗਪੁਰ ਮਹਾਰਾਸ਼ਟਰ 'ਚ। ਤਾਂ ਆਹ ਵੀ ਇੰਪੋਰਟੈਂਟ ਹੈ, ਇਹ ਵੀ ਇੱਕ ਨਿਊਜ਼ ਹੀ ਅਗਲੀ ਮਤਲਬ ਇਸੇ ਦੇ ਵਿੱਚ ਹੀ ਮੈਂ ਕਵਰ ਕਰਵਾ ਤੀ। ਠੀਕ ਹੈ, ਇਹ ਹੈਗੀ ਆਪਣੇ ਕੋਲੇ ਹਿੰਦੀ ਕਾਨਫਰੰਸ। 11ਵੀਂ ਹਿੰਦੀ ਕਾਨਫਰੰਸ ਕਿੱਥੇ ਹੋਈ ਸੀ ਆਪਣੇ ਕੋਲੇ? ਮੌਰੀਸ਼ੀਅਸ ਦੇ ਵਿੱਚ 2022 ਦੇ ਵਿੱਚ। 2022 ਦੇ ਵਿੱਚ 11ਵੀਂ ਹਿੰਦੀ ਕਾਨਫਰੰਸ। ਅਤੇ 12ਵੀਂ ਕਿੱਥੇ ਹੋਊਗੀ? 2023 ਦੇ ਵਿੱਚ ਫੀਜੀ ਦੇ ਵਿੱਚ, ਰਿਪਬਲਿਕ ਆਫ ਫੀਜੀ। ਯਾਦ ਰੱਖਿਓ, ਵੈਰੀ ਵੈਰੀ ਇੰਪੋਰਟੈਂਟ ਹੈ ਇਹ। 2022 ਵਾਲੀ 11ਵੀਂ ਸੀ, 11 ਦੂਣੀ 22, ਐਂ ਯਾਦ ਕਰ ਲਓ। 11ਵੀਂ ਵਰਲਡ ਹਿੰਦੀ ਕਾਨਫਰੰਸ ਕਿੱਥੇ ਹੋਈ ਸੀ? ਮੌਰੀਸ਼ੀਅਸ ਦੇ ਵਿੱਚ। ਅਤੇ 12ਵੀਂ ਕਿੱਥੇ ਹੋਊਗੀ? ਫੀਜੀ ਦੇ ਵਿੱਚ। ਅਤੇ 12ਵੀਂ ਦਾ ਥੀਮ ਕੀ ਹੈ ਜਿਹੜੀ 2023 'ਚ ਹੋਊਗੀ? ਹਿੰਦੀ ਟ੍ਰੈਡੀਸ਼ਨਲ ਨੌਲੇਜ ਟੂ ਆਰਟੀਫਿਸ਼ੀਅਲ ਇੰਟੈਲੀਜੈਂਸ। ਠੀਕ ਹੈ, ਟ੍ਰੈਡੀਸ਼ਨਲ ਨੌਲੇਜ ਟੂ ਆਰਟੀਫਿਸ਼ੀਅਲ ਇੰਟੈਲੀਜੈਂਸ। ਠੀਕ ਹੈ, ਇੰਪੋਰਟੈਂਟ ਹੈ। ਸੋ ਆ ਦੱਸਿਆ ਸੀ ਨੈਸ਼ਨਲ ਹਿੰਦੀ ਦਿਵਸ ਕਦੋਂ ਮਨਾਇਆ ਜਾਂਦਾ? 14 ਸਤੰਬਰ। ਠੀਕ ਹੈ, ਰਿਪੀਟ ਕਰਵਾਤਾ ਸੀ। ਅਗਲੀ ਨਿਊਜ਼ ਆਪਾਂ ਚੱਲਦੇ ਹਾਂ 80ਵੇਂ ਐਨੂਅਲ ਗੋਲਡਨ ਗਲੋਬ ਅਵਾਰਡਸ 2023। ਐਨੂਅਲ ਗੋਲਡਨ ਗਲੋਬ ਅਵਾਰਡਸ 2023 ਇਹ ਕਿੱਥੇ ਮਨਾਏ ਗਏ? ਕਿੱਥੇ ਮਤਲਬ ਇਹ ਇਵੈਂਟ ਹੋਇਆ? ਲਾਸ ਐਂਜਲਸ ਕੈਲੀਫੋਰਨੀਆ ਦੇ ਵਿੱਚ। ਲਾਸ ਐਂਜਲਸ ਕੈਲੀਫੋਰਨੀਆ ਵਿੱਚ। ਇਹਦਾ ਹੋਰ ਕੋਈ ਯਾਦ ਰੱਖਿਓ ਨਾ ਰੱਖਿਓ, ਆਹ ਜ਼ਰੂਰ ਯਾਦ ਰੱਖ ਲਿਓ। ਬੈਸਟ ਓਰੀਜਨਲ ਸੌਂਗ ਇੰਡੀਆ ਦਾ ਚੁਣਿਆ ਗਿਆ ਜੀ। ਕਿਹੜਾ? ਨਾਟੂ ਨਾਟੂ। RRR ਫਿਲਮ ਦਾ ਸੌਂਗ ਹੈ। ਵੈਸੇ ਨਾ ਜਿਸ ਨੂੰ ਕਈ ਵਾਰ ਕੋਈ ਪ੍ਰਾਈਜ਼ ਵਗੈਰਾ ਆ ਗਿਆ ਹੈ ਨਾ ਵੀ ਆਹ ਪ੍ਰਾਈਜ਼ ਕਿਹੜਾ ਸੌਂਗ ਜਿੱਤਿਆ ਜਾਂ ਕਿਹੜੀ ਫਿਲਮ ਜਿੱਤੀ ਹੈ, ਜੇ ਤਾਂ ਤੁਹਾਨੂੰ ਆਉਂਦਾ ਹੋਇਆ ਫਿਰ ਤਾਂ ਬਹੁਤ ਵਧੀਆ। ਦੇਖੋ ਯਾਰ, ਮੈਂ ਨਾ ਜਿਵੇਂ ਆਪ ਪੇਪਰ ਅਟੈਂਪਟ ਕਰਨਾ ਮੈਂ ਤੁਹਾਨੂੰ ਉਵੇਂ ਸਿਖਾਉਣਾ ਵੀ ਨਾ ਮੈਂ ਪੇਪਰ ਦੇ ਵਿੱਚ ਤੁੱਕੇ ਵੀ ਲਾਉਣੇ। ਮੈਂ ਇਹ ਨਹੀਂ ਹੈਗਾ ਵੀ ਜਿਹੜਾ ਮੈਨੂੰ ਆਉਂਦਾ ਸਿਰਫ ਮੈਂ ਉਹੀ ਕਰਦਾ। ਬਾਕੀ ਅਟੈਂਪਟੇਸ਼ਨ ਆਪੋ ਆਪਣੀ, ਉਹਦੇ ਇੱਕ ਆਪਾਂ ਵੀਡੀਓ ਵੀ ਬਣਾਵਾਂਗੇ ਪੇਪਰ ਕਿਵੇਂ ਅਟੈਂਪਟ ਕਰਨਾ। ਅਤੇ ਪਰ ਵੀ ਮੈਂ ਨਾ ਜਿਵੇਂ ਹੁਣ ਜਿਵੇਂ ਤੁਹਾਨੂੰ ਵੀ ਮੈਂ ਉਮੀਦ ਦੱਸਦਾ, ਜਿਵੇਂ ਜੇ ਮੰਨ ਕੇ ਚਲੋ ਕੋਈ ਨਿਊਜ਼ 'ਚ ਆ ਗਿਆ, ਮੈਨੂੰ ਉਹ ਪਤਾ ਨਹੀਂ ਵੀ ਕਿਹੜੀ ਫਿਲਮ ਹੈ, ਤਾਂ ਇਸ ਵਾਰੀ ਨਾ RRR ਬਹੁਤ ਜ਼ਿਆਦਾ ਇਨਾਮ ਜਿੱਤੀ ਹੈ ਤਾਂ ਮੈਂ ਤੁੱਕਾ RRR 'ਤੇ ਲਾਊਂਗਾ। ਅਤੇ ਜੇ ਸੌਂਗ ਪੁੱਛ ਲਿਆ ਮੈਂ ਨਾਟੂ ਨਾਟੂ 'ਤੇ ਲਾਊਂਗਾ ਕਿਉਂਕਿ ਇਹ ਬਹੁਤ ਅਵਾਰਡ ਜਿੱਤਿਆ। ਠੀਕ ਹੈ, ਐਵੇਂ ਤਾਂ ਐਨੂਅਲ ਗੋਲਡਨ ਗਲੋਬ ਅਵਾਰਡ 2023 ਦੇ ਕਿਹੜਾ ਸੌਂਗ ਜਿੱਤਿਆ? ਨਾਟੂ ਨਾਟੂ। ਕਿਹੜੀ ਫਿਲਮ ਦਾ? RRR। ਇਹ ਸੌਂਗ ਕਿਹਦੇ ਦੁਆਰਾ ਕੰਪੋਜ਼ ਕੀਤਾ ਗਿਆ? MM ਕੀਰਾਵਾਨੀ। ਠੀਕ ਹੈ, ਕਾਫੀ ਜ਼ਿਆਦਾ ਇਨਾਮ ਜਿੱਤੇ ਤਾਂ ਆਪਾਂ ਨੂੰ ਪਤਾ ਲੱਗੇ ਵੀ ਇਹਦਾ ਕੰਪੋਜ਼ਰ ਕੌਣ ਸੀਗਾ? MM ਕੀਰਾਵਾਨੀ। ਉਦੋਂ ਬਾਅਦ 80ਵੇਂ ਗੋਲਡਨ ਗਲੋਬ ਅਵਾਰਡ ਦੇ ਵਿੱਚ ਆ ਜਿਹੜੇ 4 ਇੰਪੋਰਟੈਂਟ ਪ੍ਰਾਈਜ਼ ਹੁੰਦੇ ਨੇ ਉਹ ਆਪਾਂ ਨੇ ਮੈਂਸ਼ਨ ਤੁਹਾਨੂੰ ਕਰਤੇ ਵੀ ਇੱਕ ਵਾਰੀ ਆਪਾਂ ਗੋ ਥਰੂ ਹੋ ਜਾਵਾਂਗੇ, ਆਪਸ਼ਨ ਦੇਖ ਕੇ ਆਪਣੀ ਟਿਕ ਹੋ ਜਾਊਗਾ। ਤਾਂ ਬੈਸਟ ਮੋਸ਼ਨ ਪਿਕਚਰ ਅਰਜਨਟੀਨਾ। ਇਹ ਤਾਂ ਆਪਾਂ ਯਾਦ ਕਰ ਲਓ ਵੀ ਅਰਜਨਟੀਨਾ ਉਹ ਜਿੱਤੀ ਸੀ ਫੀਫਾ ਵੀ ਬੈਸਟ ਮੋਸ਼ਨ ਪਿਕਚਰ ਵੀ ਅਰਜਨਟੀਨਾ ਹੈ ਨਾ। ਐਵੇਂ ਆਪਾਂ ਰਿਪੀਟ ਕਰ ਲਓ ਜਿਵੇਂ ਆ ਹੁਣ ਵਾਲਾ ਫੀਫਾ ਜਿੱਤੀ ਸੀ ਨਾ ਅਰਜਨਟੀਨਾ, ਮੈਸੀ ਟੀਮ ਜਿੱਤੀ ਸੀ ਤਾਂ ਉਹ ਤੋਂ ਬਸ ਬੈਸਟ ਮੋਸ਼ਨ ਪਿਕਚਰ ਜਦੋਂ ਆਪਾਂ ਆਪਸ਼ਨ 'ਚ ਅਰਜਨਟੀਨਾ ਦੇਖਾਂਗੇ ਤੁਸੀਂ ਪੱਕਾ ਟਿਕ ਕਰ ਦੋਗੇ। ਠੀਕ ਹੈ, ਤਾਂ ਤੁਹਾਡੇ ਇਹ ਅਨਕੌਂਸ਼ੀਅਸ ਮਾਈਂਡ 'ਚ ਸੈੱਟ ਹੋ ਗਿਆ। ਨਾਲੇ ਮੈਂ ਤੁਹਾਨੂੰ ਕੋਈ ਟ੍ਰਿਕ ਨਹੀਂ ਸੀ, ਸਿਰਫ ਇੰਨਾ ਕੁ ਆਖਿਆ ਵੀ ਬੈਸਟ ਮੋਸ਼ਨ ਪਿਕਚਰ ਨੂੰ ਤੁਸੀਂ ਰਿਲੇਟ ਕਰ ਲਿਓ ਵੀ ਇਸ ਵਾਰੀ ਮੈਸੀ ਜਿੱਤਿਆ ਅਰਜਨਟੀਨਾ, ਉੱਥੋਂ ਆਪਸ਼ਨ ਤੋਂ ਟਿਕ ਹੋ ਜਾਊਗਾ। ਬੈਸਟ ਡਾਇਰੈਕਟਰ ਕਿਹੜਾ ਜਿੱਤਿਆ ਗੋਲਡਨ ਗਲੋਬ ਅਵਾਰਡ ਦਾ? ਉਹ ਜਿੱਤਿਆ ਸਟੀਵਨ ਸਪਿਲਬਰਗ। ਆਹ ਫਿਲਮ ਵਾਸਤੇ ਦਾ ਫੈਬਲਸ ਮੈਨ। ਸਟੀਵਨ ਸਪਿਲਬਰਗ ਦਾ ਫੈਬਲਸ ਮੈਨ। ਸਟੀਵਨ
स्पिलबर्ग दा फैवल्समैन, ठीक है, ये याद करना पਊਗਾ यार, ठीक है। उस तो बाद बेस्ट एक्टर बटलर, मैं तुहानूं करैक्टर तो याद किया होया, ऑस्टिन बटलर, ठीक है। बटलर ना मतलब बेस्ट भी एक तरह का करैक्टर है, तो इस टाइम तो फॉर्म दे विच है नहीं, पर बस बेस्ट एक्टर करैक्टर मैं तो एवें जे ऑप्शनों तो बटलर नूं टिक कर दूंगा। किहड़ी फिल्म वास्ते? एल्विस, ठीक है। ऑस्टिन बटलर एल्विस फिल्म वास्ते। बेस्ट एक्टर नहीं जिहड़ी केक खांदी है, केट ब्लैंचेट किहड़ी फिल्म वास्ते? तार। तो दोबारे पर रिपीट करते हैं, 80वें गोल्डन ग्लोब अवार्ड्स पहलां तो कित्थे होए ने? लॉस एंजलस कैलीफोर्निया USA दे विच। बेस्ट सॉन्ग नाटू RR फिल्म का किहदे द्वारा कंपोज किया गया? KMM कीरावानी। बेस्ट मोशन पिक्चर अर्जेंटीना। बेस्ट डायरैक्टर स्टीवन स्पिलबर्ग फेवल्समैन वास्ते। बेस्ट एक्टर ऑस्टिन बटलर एल्विस वास्ते। बेस्ट एक्ट्रस केट ब्लैंचेट टार फिल्म वास्ते, ठीक है। चलो, नासा का नवा चीफ टैक्नोलॉजिस्ट, कोई बहुत ही इंपॉर्टेंट पोस्ट है नहीं, पर यह इंडियन सीगा, इंडियन अमेरिकन, तो आप एक बार उनका नाम पढ़ लेने, AC चारिनिया। जोड़ा नासा का नवा टैक्नोलॉजिस्ट है वो इंडिया का, हुण वो AC च बैठूगा उत्थे जाके नासा के, AC चारिनिया। बहुत मझां चरा लियां उन्हें, हुण वो नासा का चीफ टैक्नोलॉजिस्ट बन गया, इंडियन अमेरिकन AC चारिनिया। उहदे बाद पृथ्वी 2, यार ये इंपॉर्टेंट है, ये ना हुणी सक्सैसफुली आपां ने टैसट लॉन्च की सी, तो इंटीग्रेटेड टैसट रेंज उड़ीसा दे विच, ठीक है। उरों आपां ने इहनूं सक्सैसफुली टैसट फायर किया है। तो जी पृथ्वी 2 है वो ये बारे पूछूगा भी पृथ्वी 2 शॉर्ट रेंज है, कितनी यदी रेंज है, कि मिसाइल है, किने बनाई है, ठीक है। याद रखियो ये शॉर्ट रेंज है, मतलब 350 किलोमीटर तक की वार करती है पृथ्वी। हुण ना तो क्रिया पृथ्वी की होंगी है सरफेस, तो यह सरफेस टू की होगी? सरफेस टू सरफेस मिसाइल है पृथ्वी, ठीक है। कई बार वो तो ना न्यूक्लीयर होंगे ना, पृथ्वी सरफेस टू सरफेस। ये किहड़ी है? बलिस्टिक मिसाइल है। इसनूं मैं पहला भी बहुत बार इसे बलिस्टिक मिसाइल जिहड़ी पैराबोला पाथ फॉलो करे। किहदे द्वारा बनाई गई? DRDO दे। किहड़े इनीशिएटिव के अंदर? IMGDP। ये ना अपने को अटल बिहारी वाजपेयी कहता, डॉक्टर APJ अब्दुल कलाम जी लैके आए थे, इंटीग्रेटेड गाइडड मिसाइल डिवेलपमेंट प्रोग्राम, ताही उन्होंने मिसाइल मैन ऑफ इंडिया कहा जाता डॉक्टर APJ अब्दुल कलाम नूं, ठीक है, क्योंकि वो अपने को इंटीग्रेटेड गाइडड मिसाइल डिवेलपमेंट प्रोग्राम लैके आए। जिहड़ा इंटीग्रेटेड गाइडड मिसाइल प्रोग्राम से डॉक्टर APJ अब्दुल कलाम लैके आए सी, ताई इन्हों मिसाइल मैन ऑफ इंडिया कहा जाता सी। तो इंपॉर्टेंट है, इंटीग्रेटेड गाइडड मिसाइल प्रोग्राम के तहत ना 5 तरह के मिसाइल सिस्टम बने ने, वो आपको पता होने चाहिए भी किहड़ी 5 मिसाइल्स ने ये प्रोग्राम के अंडर ने। पृथ्वी, अग्नि, त्रिशूल, आकाश ते नाग, ठीक है। मतलब डॉक्टर APJ अब्दुल कलाम जी ने दा इनीशिएटिव सी, तो उन्होंने तहत ही अपने को इन्नियां सारियां जिहड़ियां मिसाइल्स ने ये बनिया 5 मिसाइल सिस्टम इंटीग्रेटेड गाइडड मिसाइल डिवेलपमेंट प्रोग्राम किने शुरू किया? डॉक्टर APJ अब्दुल कलाम ने, ठीक है। तो 5 मिसाइल याद रखियो, पृथ्वी, अग्नि, त्रिशूल, आकाश ते नाग, ये अपने को इंटीग्रेटेड गाइडड मिसाइल डिवेलपमेंट प्रोग्राम का हिस्सा ने। तो पृथ्वी 2 जी हुणी लॉन्च की 350 किलोमीटर शॉर्ट रेंज सरफेस टू सरफेस है, DRDO ने बनाई है बलिस्टिक मिसाइल। उदों बाद वो पूछूगा जोशीमठ जी प्लेस है भी न्यूज़ च है, कित्थों की प्लेस है? पहला तो न्यूज़ च काहतों सी, देखो ना जी अपनी ये जी प्लेस है ना, ये डूंगी जाई जाती है, मतलब डुब्बण वाली एक तरह की धरती च भस्म होने वाली है, ठीक है। ये पिछे देखो बहुत सारे कारण हो सकते हैं, अपनी धरती नीचे देखो प्लेट्स ने, है ना, हो सकता जिहड़ियां भी अपने को जिहड़ा प्लेट्स ने वो मूव कर जाण, तो उत्थे जिहड़ा अपने को मैगमा वगैरह वो करके धसरी होवे अंदर, है ना। तो बहुत सारे जिहड़े रीजन ये हो सकते हैं। तो बस अपने इन्नी गल याद रखनी है भी जी अपने को इसरो है, इसरो की एक अपने को आ सेंटर है इसरो का, NSRC नैशनल रिमोट सेंसिंग सेंटर इसरो का। इन्होंने ये फोटो इमेजिस रिलीज़ की ने सैटेलाइट इमेजिस आ प्लेस दियाँ, तो कहते भी ये हाई रिस्क ते है सिंकिंग ते भी, कदों भी ये जी धरती च समा सकती है जी प्लेस है। तो वो पूछूगा ये प्लेस कित्थों की है? तो याद रखियो चमोली डिस्ट्रिक्ट उत्तराखंड, चमोली डिस्ट्रिक्ट उत्तराखंड, जोशीमठ। वो पूछूगा जोशीमठ हुणी प्लेसिस की न्यूज़ च सी, तो कित्थों की प्लेस है? उत्तराखंड की। जिहड़ियां इहदियां इमेजिस ने किहड़ी सैटेलाइट द्वारा कैप्चर कीतियां गईयां? आ सैटेलाइट है कार्टोसैट 2S सैटेलाइट, कार्टोसैट 2S सैटेलाइट, ठीक है। चलो इंपॉर्टेंट सी है जोशीमठ उत्तराखंड। नैशनल यूथ डे यार वेरी इंपॉर्टेंट, ये सारे पता भी होगा भी कदों मनाया जाता अपने को 12 जनवरी। किहदी बर्थ एनिवर्सरी के उपर? स्वामी विवेकानंद जी।
ਤੇ ਇਹਦਾ ਥੀਮ ਕੀ ਸੀਗਾ, ਆਹ ਨਹੀਂ ਬੱਚੇ ਯਾਦ ਕਰਦੇ ਹੁੰਦੇ, ਠੀਕ ਹੈ। ਤਾਂ ਥੀਮ ਇੰਪੋਰਟੈਂਟ ਹੈ। ਨੈਸ਼ਨਲ ਯੂਥ ਡੇ ਜਿਹੜਾ 12 ਜਨਵਰੀ 2023 ਦੇ ਵਿੱਚ ਮਨਾਇਆ ਗਿਆ, ਇਹਦਾ ਥੀਮ ਸੀਗਾ ਵਿਕਸਿਤ ਯੁਵਾ ਵਿਕਸਿਤ ਭਾਰਤ, ਵਿਕਸਿਤ ਯੁਵਾ ਵਿਕਸਿਤ ਭਾਰਤ, ਡਿਵੈਲਪਡ ਯੂਥ ਡਿਵੈਲਪਡ ਨੇਸ਼ਨ, ਚਾਹੇ ਅੰਗਰੇਜ਼ੀ 'ਚ ਲਿਖਿਆ ਜੇ ਚਾਹੇ ਹਿੰਦੀ 'ਚ, ਵਿਕਸਿਤ ਯੁਵਾ ਵਿਕਸਿਤ ਭਾਰਤ, ਠੀਕ ਹੈ। ਇਹਦਾ ਥੀਮ ਸੀਗਾ ਨੈਸ਼ਨਲ ਯੂਥ ਡੇ 12 ਜਨਵਰੀ ਨੂੰ। ਹੁਣ ਸਵਾਮੀ ਵਿਵੇਕਾਨੰਦ ਜੀ ਬਾਰੇ ਵੈਸੇ ਤਾਂ ਦੇਖੋ ਬਹੁਤ ਚੀਜ਼ਾਂ ਨੇ ਜਿਹੜੀਆਂ ਆਪਾਂ ਨੇ ਪੜ੍ਹ ਲਈਆਂ ਨੇ, ਪਰ ਜਿੰਨੀਆਂ ਮੇਨ ਨੇ ਉਹਨਾਂ ਤੁਹਾਨੂੰ ਮੈਂ ਦੱਸ ਦੇਣਾ। ਇਹਨਾਂ ਦੀ ਇੱਕ ਜਿਹੜੀ ਆਪਣੇ ਕੋਲ ਇਹਨਾਂ ਨੇ ਰਾਮਾ ਕ੍ਰਿਸ਼ਨ ਮਿਸ਼ਨ ਸਟਾਰਟ ਕੀਤਾ ਸੀ, ਕਦੋਂ? 1875 ਦੇ ਵਿੱਚ। ਰਾਮਾ ਕ੍ਰਿਸ਼ਨ ਇਹੀ ਕਾਹਤੋਂ ਰੱਖਿਆ, ਕਿਉਂਕਿ ਇਹਨਾਂ ਦੇ ਜਿਹੜੇ ਗੁਰੂ ਦਾ ਨਾਮ ਸੀ ਕੀ ਸੀਗਾ? ਰਾਮਾ ਕ੍ਰਿਸ਼ਨ ਪਰਮਹੰਸਾ, ਰਾਮਾ ਕ੍ਰਿਸ਼ਨ ਪਰਮਹੰਸਾ। ਬ੍ਰਹਮੋ ਸਮਾਜ ਪਤਾ ਹੋਊਗਾ ਤੁਹਾਨੂੰ ਕਿਹਨੇ ਸਟਾਰਟ ਕੀਤਾ? ਰਾਜਾ ਰਾਮ ਮੋਹਨ ਰਾਏ ਜੀ ਨੇ, ਠੀਕ ਹੈ। ਅਤੇ ਉਸ ਤੋਂ ਬਾਅਦ ਫਿਰ ਆਰਿਆ ਸਮਾਜ ਆਇਆ ਸੀ। ਬ੍ਰਹਮੋ ਸਮਾਜ ਰਾਜਾ ਰਾਮ ਮੋਹਨ ਰਾਏ ਨੇ, ਆਰਿਆ ਸਮਾਜ ਆਇਆ ਦਇਆ, ਠੀਕ ਹੈ, ਦਇਆ ਰਾਮ ਸਵਾਮੀ ਦਇਆਨੰਦ ਸਰਸਵਤੀ। ਅਤੇ ਆਪਣੇ ਕੋਲ ਰਾਮਾ ਕ੍ਰਿਸ਼ਨ ਮਿਸ਼ਨ ਵਿਵੇਕਾਨੰਦ, ਰਾਮਾ ਕ੍ਰਿਸ਼ਨ ਮਿਸ਼ਨ ਵਿਵੇਕਾਨੰਦ 1875 ਦੇ ਵਿੱਚ। ਇਹ ਪਤਾ ਹੋਣੀ ਚਾਹੀਦੀਆਂ ਨੇ ਜਿਹੜੀਆਂ ਆਪਣੇ ਕੋਲ ਮੇਨ ਸੋਸ਼ਲ ਔਰਗਨਾਈਜੇਸ਼ਨ ਸੀਗੀਆਂ, ਠੀਕ ਹੈ। ਅਤੇ ਉਸ ਤੋਂ ਬਾਅਦ ਜਿਹੜੇ ਸਵਾਮੀ ਵਿਵੇਕਾਨੰਦ ਜੀ ਸੀ ਉਹ ਆਪਣੀਆਂ ਸਪੀਚ ਕਰਕੇ ਵੀ ਬਹੁਤ ਮਸ਼ਹੂਰ ਹੋਏ ਨੇ। ਇਹਨਾਂ ਨੇ ਰਿਲੀਜਨ ਦੇ ਉੱਪਰ, ਵਰਲਡ ਰਿਲੀਜਨ ਦੇ ਉੱਪਰ ਸ਼ਿਕਾਗੋ ਦੇ ਵਿੱਚ 1893 ਦੇ ਵਿੱਚ ਸਪੀਚ ਦਿੱਤੀ ਸੀ, ਰਿਲੀਜੀਅਸ ਸਪੀਚ। ਉਹ ਕਈ ਵਾਰ ਪੁੱਛਦਾ ਹੁੰਦਾ ਵੀ ਰਿਲੀਜੀਅਸ ਸਪੀਚ 1897 ਵਿੱਚ ਸ਼ਿਕਾਗੋ ਦੇ ਵਿੱਚ ਕਿਹਨੇ ਦਿੱਤੀ ਸੀ? ਤਾਂ ਸਵਾਮੀ ਵਿਵੇਕਾਨੰਦ ਜੀ ਨੇ, ਠੀਕ ਹੈ। ਇੰਪੋਰਟੈਂਟ ਸੀ। ਚਲੋ ਅਗਲੀ ਸਿੰਪਲ ਜੀ ਨਿਊਜ਼ ਹੈ। ਇੰਡੀਆ ਦੀ ਪਹਿਲੀ ਫੀਮੇਲ ਪਾਇਲਟ ਜਿਹਨੇ ਆਹਾ ਫਾਈਟਰ ਜੈਟ ਚਲਾਇਆ, ਸੁਖੋਈ ਫਾਈਟਰ ਜੈਟ ਚਲਾਉਣ ਵਾਲੀ, ਕਿਹੜੀ ਬਣ ਗਈ? ਇਹ ਅਵਾਨੀ ਚਤੁਰਵੇਦੀ। ਅਵਾਨੀ ਚਤੁਰਵੇਦੀ ਕਿਹੜੀ ਐਕਸਰਸਾਈਜ਼? ਬੀਰ ਗਾਰਡੀਅਨ ਐਕਸਰਸਾਈਜ਼, ਜਿਹੜੀ ਆਪਣੀ ਕਿੱਥੇ ਹੋਈ ਸੀ? ਜਾਪਾਨ ਦੇ ਵਿੱਚ। ਬੀਰ ਗਾਰਡੀਅਨ ਐਕਸਰਸਾਈਜ਼ ਪਹਿਲਾਂ ਤਾਂ ਪੁੱਛੂਗਾ ਬੀਰ ਗਾਰਡੀਅਨ ਐਕਸਰਸਾਈਜ਼ ਕਿਹੜੇ ਕਿਹੜੇ ਦੋ ਦੇਸ਼ਾਂ ਦੇ ਵਿੱਚ ਹੈ? ਤਾਂ ਯਾਦ ਰੱਖਿਓ ਇੰਡੀਆ ਅਤੇ ਜਾਪਾਨ। ਬੀਰ ਗਾਰਡੀਅਨ ਐਕਸਰਸਾਈਜ਼ ਕਿਹੜੇ ਕਿਹੜੇ ਦੋ ਦੇਸ਼ਾਂ ਦੇ ਵਿੱਚ ਹੈ? ਇੰਡੀਆ ਅਤੇ ਜਾਪਾਨ। 2023 ਵਾਲੀ ਕਿੱਥੇ ਹੋਈ ਹੈ? ਜਾਪਾਨ ਦੇ ਵਿੱਚ। ਤਾਂ ਆਪਣਾ ਜਿਹੜਾ ਆਹ ਫਾਈਟਰ ਜੈਟ ਗਿਆ ਸੀ, ਸੁਖੋਈ ਫਾਈਟਰ ਜੈਟ, ਇਹ ਕਿਹਨੇ ਚਲਾਇਆ ਸੀ? ਇੰਡੀਆ ਦੀ ਪਹਿਲੀ ਫੀਮੇਲ ਫਾਈਟਰ ਪਾਇਲਟ ਬਣ ਗਈ ਅਵਾਨੀ ਚਤੁਰਵੇਦੀ, ਅਵਾਨੀ ਚਤੁਰਵੇਦੀ, ਠੀਕ ਹੈ। ਤਾਂ ਸੁਖੋਈ ਫਾਈਟਰ ਚਲਾਉਣ ਵਾਲੀ ਚਤੁਰ ਹੈ ਉਹ, ਤਾਂ ਹੀ ਉਹਨੂੰ ਚਲਾਉਣ ਦਾ ਮੌਕਾ ਦਿੱਤਾ ਹੈ, ਠੀਕ ਹੈ। ਚਤੁਰ ਹੈ ਤਾਂ ਹੀ ਉਹਨੂੰ ਚਲਾਉਣ ਦਾ ਮੌਕਾ ਦਿੱਤਾ, ਸੁਖੋਈ ਫਾਈਟਰ ਜੈਟ ਚਤੁਰਵੇਦੀ। ਉਦੋਂ ਬਾਅਦ 'ਚ ਆ ਤਾਂ ਦੇਖੋ ਸੋਚਣ ਦੀ ਲੋੜ ਹੀ ਨਹੀਂ ਵੀ ਪਹਿਲੇ 'ਤੇ ਕਿਹੜਾ ਹੋਊਗਾ। ਮੋਸਟ ਪੋਲਿਊਟਡ ਸਿਟੀ ਇੰਡੀਆ ਦੀ ਦਿੱਲੀ। ਇਹ ਨਾ ਜਿਹੜੇ ਮੈਂ ਦੱਸਿਆ ਤੁਹਾਨੂੰ ਅਕੋਰਡਿੰਗ ਟੂ PM 2.5, ਇਹਦੇ ਅਕੋਰਡਿੰਗ ਦੇਖੋ ਆਪਣੇ ਕੋਲ ਨਾ ਪੋਲਿਊਟੈਂਟ ਹੁੰਦੇ ਨੇ। ਜਿਹੜਾ ਆਪਣੇ ਕੋਲ ਇੰਡੀਆ ਦਾ ਜਿਹੜਾ ਪੋਲਿਊਸ਼ਨ ਕੰਟਰੋਲ ਹੈ, ਨੈਸ਼ਨਲ ਕਮਿਸ਼ਨ ਫॉर ਪੋਲਿਊਸ਼ਨ ਹੈ, ਉਹਨਾਂ ਨੇ 8 ਤਰ੍ਹਾਂ ਦੇ ਪੋਲਿਊਟੈਂਟਸ ਦੱਸੇ ਨੇ। ਤਾਂ ਤੁਹਾਨੂੰ ਉਹ 8 ਦੇ 8 ਪਤਾ ਹੋਣੇ ਚਾਹੀਦੇ ਨੇ। ਉਹਨਾਂ ਜਿਹੜਾ ਸਭ ਤੋਂ ਹਾਰਮਫੁਲ ਹੈ ਨਾ ਉਹ ਆ ਹੈ PM 2.5, ਪਾਰਟੀਕੂਲੇਟ ਮੈਟਰ 2.5, ਠੀਕ ਹੈ। ਤਾਂ ਇਹ ਮਤਲਬ ਨਾ ਇਹਦਾ ਸਾਈਜ਼ ਬਹੁਤ ਜ਼ਿਆਦਾ ਛੋਟਾ ਹੁੰਦਾ, ਇਹ ਆਪਣੇ ਲੰਗਸ ਦੇ ਵਿੱਚ ਮਤਲਬ ਬਹੁਤ ਜ਼ਿਆਦਾ ਆਪਾਂ ਨੂੰ ਹਾਨੀਕਾਰਕ ਪਹੁੰਚਾ ਸਕਦਾ। ਤਾਂ ਇਹਦਾ ਲੈਵਲ ਦਿੱਲੀ ਦੇ ਵਿੱਚ ਜਿੰਨਾ ਸੇਫ ਜ਼ੋਨ ਹੈ ਵੀ ਜਿੰਨਾ ਹੋਣਾ ਚਾਹੀਦਾ ਉਦੋਂ ਡਬਲ ਹੈ, ਵੀ ਜਿੰਨਾ ਹੋਣਾ ਚਾਹੀਦਾ ਉਦੋਂ ਦੁੱਗਣਾ ਹੈ, ਠੀਕ ਹੈ। ਤਾਂ ਮਤਲਬ ਦਿੱਲੀ ਸਭ ਤੋਂ ਜ਼ਿਆਦਾ, ਦੂਜੇ ਨੰਬਰ 'ਤੇ ਫਰੀਦਾਬਾਦ ਹਰਿਆਣਾ ਦੀ, ਤੀਜੇ ਨੰਬਰ 'ਤੇ ਗਾਜ਼ੀਆਬਾਦ ਯੂਪੀ ਦੀ। ਤਾਂ ਸਭ ਤੋਂ ਪੋਲਿਊਟਡ ਸਿਟੀ 2022 ਦੀ ਇੰਡੀਆ ਦੀ ਪਹਿਲੇ ਨੰਬਰ 'ਤੇ ਦਿੱਲੀ, ਦੂਜੇ ਨੰਬਰ 'ਤੇ ਫਰੀਦਾਬਾਦ, ਤੀਜੇ ਨੰਬਰ 'ਤੇ ਗਾਜ਼ੀਆਬਾਦ, ਠੀਕ ਹੈ। ਉਦੋਂ ਬਾਅਦ 'ਚ ਹਿਊਮਨ ਟਰੈਫਿਕਿੰਗ ਡੇ। ਦੇਖੋ ਹਿਊਮਨ ਟਰੈਫਿਕਿੰਗ ਹੁੰਦਾ ਵੀ ਲੋਕਾਂ ਨੂੰ ਹਿਊਮਨਸ ਨੂੰ ਕਿਡਨੈਪ ਕਰਨਾ, ਉਹਨਾਂ ਦਾ ਵਪਾਰ ਕਰਨਾ ਨਾ। ਤਾਂ ਦੇਖੋ ਜੇ ਇੱਕ ਮਤਲਬ ਇਕੱਠੇ ਰਹਿਣਗੇ, ਇਕੱਠੇ ਜਣੇ ਰਹਿਣਗੇ ਜਣੇ, ਤਾਂ ਉਹਨਾਂ ਨੂੰ ਮਤਲਬ ਕੋਈ ਨਹੀਂ ਚੱਕ ਕੇ ਲੈ ਕੇ ਜਾਊਗਾ ਨਾ। ਜਦੋਂ ਇਕੱਲਾ ਬੰਦਾ ਰਹੂਗਾ ਫਿਰ ਇਹਨੂੰ ਲੈ ਜਾਣਗੇ, ਹੈ ਨਾ। ਇਕੱਲੇ ਮਤਲਬ ਇੱਕ ਤਰ੍ਹਾਂ ਦਾ ਉਹਨਾਂ ਦੀ ਟਰੈਫਿਕਿੰਗ ਹੋ ਜੂਗੀ। ਤਾਂ ਮਤਲਬ ਏਕਤਾ 'ਚ ਬਲ ਹੈ ਇੱਕ, ਤਾਂ ਮਤਲਬ ਇੱਕ ਜੇ ਤਾਂ ਇੱਕ ਜਣਾ ਹੋਊਗਾ ਤਾਂ ਹੀ ਹਿਊਮਨ ਟਰੈਫਿਕਿੰਗ ਹੈ, ਜੇ ਇਕੱਠੇ ਰਹਿਣਗੇ ਫਿਰ ਨਹੀਂ। ਤਾਂ ਨੈਸ਼ਨਲ ਹਿਊਮਨ ਟਰੈਫਿਕਿੰਗ ਡੇ ਇੱਕ ਜਣਾ, ਤਾਂ ਹੀ ਉਹਨਾਂ ਨੂੰ ਕਿਡਨੈਪ ਕਰਦੇ ਨੇ। ਤਾਂ 11 ਜਨਵਰੀ। ਉਦੋਂ ਬਾਅਦ 'ਚ ਬੁੱਕ ਜਾਦੂਨਾਮਾ ਕਿਹਦੇ ਦੁਆਰਾ ਲਿਖੀ ਗਈ? ਅਰਵਿੰਦ ਮੰਡਲੋਈ, ਅਰਵਿੰਦ ਮੰਡਲੋਈ। ਜਾਦੂਨਾਮਾ ਅਰਵਿੰਦ ਮੰਡਲੋਈ। ਦੇਖੋ ਜਾਦੂ, ਜਿਹੜੇ ਜਾਦੂ ਦਿਖਾਉਂਦੇ ਹੁੰਦੇ ਨੇ ਉਹ ਮੰਡਲੀ ਜੀ ਹੁੰਦੀ ਹੈ ਨਾ ਉਹਨਾਂ ਕੋਲ, ਇੱਕ ਤਰ੍ਹਾਂ ਦੀ ਯਾਦ ਕਰ ਲਓ ਵੀ ਮੰਡਲੀ ਜੀ ਹੁੰਦੀ ਹੈ, ਤਾਂ ਮੰਡਲੋਈ। ਉਦੋਂ ਬਾਅਦ 'ਚ ਆ ਤਾਂ ਬੜੀ ਇੰਪੋਰਟੈਂਟ ਨਿਊਜ਼ ਹੈ, ਇਸ ਨੂੰ ਬਹੁਤ ਵਾਰੀ ਕਵਰ ਕਰਵਾਤੀ। ਹੁਣ ਇਹਦਾ ਮਤਲਬ ਨਾ ਜਿਹੜੀ COP 28 ਹੈ ਇਹ ਕਿੱਥੇ ਹੋ ਰਹੀ ਹੈ? UAE ਦੇ ਵਿੱਚ, ਠੀਕ ਹੈ, ਦੁਬਈ ਦੇ ਵਿੱਚ। ਇਹ ਨਾ ਦੇਖੋ ਨਵੰਬਰ ਦਸੰਬਰ 'ਚ ਜਾ ਕੇ ਹੋਊਗੀ। ਕਈ ਵਾਰ ਬੱਚਿਆਂ ਨੂੰ ਬਸ ਐਂ ਹੁੰਦਾ ਵੀ ਯਾਰ ਕਦੋਂ ਕੁ ਹੋਊਗੀ ਹੈ ਨਾ, ਵੀ ਕਿਤੇ ਹੋ ਨਾ ਗਈ ਹੋਵੇ। ਤਾਂ ਇਹ ਨਵੰਬਰ ਦਸੰਬਰ 'ਚ ਹੋਊਗੀ। ਹਜੇ ਐਂ ਪੜ੍ਹੀ ਚੱਲਾਂਗੇ ਆਪਾਂ ਉਦੋਂ ਤੱਕ ਵੀ UAE 'ਚ ਹੋਊਗੀ। ਹੁਣ ਨਾ UAE ਨੇ ਇਹਦਾ ਪ੍ਰੈਜ਼ੀਡੈਂਟ ਜੋ ਨੇ ਵੀ ਭਾਈ ਸਾਡੀ ਤਰਫ ਤੋਂ ਜਿਹੜਾ ਆਹ ਇਹਦੀ ਪ੍ਰੈਜ਼ੀਡੈਂਟਸ਼ਿਪ, ਮਤਲਬ ਕਿਉਂਕਿ UAE ਹੋਸਟ ਕਰ ਰਿਹਾ, ਤਾਂ ਜਿਹੜੀ ਪ੍ਰੈਜ਼ੀਡੈਂਟ ਉੱਥੇ ਜਿਹੜੀ ਚੇਅਰ ਲੱਗੂਗੀ ਮੇਨ, ਉੱਥੇ ਆਹ ਬੰਦਾ ਬੈਠੂਗਾ ਜਿਹੜਾ ਪ੍ਰੈਜ਼ੀਡੈਂਟ ਹੋਊਗਾ ਇਹ ਸਮਿਟ ਦਾ। ਕੀ ਨਾਮ ਹੈ ਇਹਦਾ? ਸੁਲਤਾਨ ਅਹਿਮਦ ਅਲ ਜਬਰ। ਇਹ ਮਿਨਿਸਟਰ ਹੈ ਇੰਡਸਟਰੀ ਐਂਡ ਐਡਵਾਂਸ ਟੈਕਨੋਲੋਜੀ UAE ਦਾ। ਤਾਂ COP 28 ਕਿੱਥੇ ਹੋ ਰਹੀ ਹੈ? ਦੁਬਈ UAE ਦੇ ਵਿੱਚ। ਅਤੇ ਯਾਦ ਰੱਖਿਓ ਆਪਣੇ ਕੋਲ ਪ੍ਰੈਜ਼ੀਡੈਂਟ ਕਿਹੜਾ ਬਣਾਤਾ COP 28 ਦਾ? ਸੁਲਤਾਨ ਅਹਿਮਦ ਅਲ ਜਾਬੇਰ।
ठीक है। उस तो बाद COP 27 ਇਹ ਹੋਈ ਸੀ ਸ਼ਰਮ ਅਲ ਸ਼ੇਖ ਇਜਿਪਟ ਦੇ ਵਿੱਚ, ਵੈਰੀ ਵੈਰੀ ਇੰਪੋਰਟੈਂਟ। COP 27 COP 26 ਕਿੱਥੇ ਹੋਈ ਸੀ? ਗਲਾਸਕੋ ਦੇ ਵਿੱਚ। COP 27 2022 ਵਾਲੀ, COP 26 2021 ਵਾਲੀ ਅਤੇ COP 28 UAE ਦੇ ਵਿੱਚ 2023 ਦੇ ਵਿੱਚ, ਠੀਕ ਹੈ। ਯਾਦ ਰੱਖਿਓ ਤਿੰਨੇ ਇਹ ਕਲਾਈਮੇਟ ਵਾਲੀਆਂ ਨੇ। ਉਸ ਤੋਂ ਬਾਅਦ ਮੈਂ ਤੁਹਾਨੂੰ ਆ ਵੀ ਪੜ੍ਹਾਈ ਸੀ COP 19 ਸਾਈਟਸ ਦੀ, ਇਹ ਸਾਈਟਸ ਦੀ ਹੈ। ਸਾਈਟਸ ਬਾਰੇ ਤੁਹਾਨੂੰ ਦੱਸਿਆ ਸੀਗਾ, ਕਨਵੈਨਸ਼ਨ ਔਨ ਇੰਟਰਨੈਸ਼ਨਲ ਟ੍ਰੇਡ ਫॉर ਇੰਡੇਂਜਰਡ ਸਪੀਸੀਜ਼। ਇਹ ਕਿੱਥੇ ਹੋਈ ਸੀ? ਪਨਾਮਾ ਸਿਟੀ ਦੇ ਵਿੱਚ, ਪਨਾਮਾ ਸਿਟੀ, ਯਾਦ ਹੈ, ਠੀਕ ਹੈ। COP 19 ਸਾਈਟਸ ਦੀ, ਠੀਕ ਹੈ। ਤਾਂ ਇਹ COP 28 ਕਲਾਈਮੇਟ ਦੀ। ਉਦੋਂ ਬਾਅਦ 'ਚ ਆ ਇੱਕ ਸ਼ਿਪ ਹੈ ਇੰਡੀਅਨ ਕੋਸਟ ਗਾਰਡ ਸ਼ਿਪ ਕਮਲਾ ਦੇਵੀ, ਠੀਕ ਹੈ। ਇਹ ਕਮਿਸ਼ਨ ਕੀਤੀ ਗਈ ਹੈ, ਇੰਡੀਅਨ ਕੋਸਟ ਗਾਰਡ ਨੂੰ ਦਿੱਤੀ ਗਈ ਹੈ। ਇਹ ਕਿਹੜੀ ਵੈਸਲ ਹੈ? ਤਾਂ ਯਾਦ ਰੱਖਿਓ 5ਵੀਂ ਅਤੇ ਲਾਸਟ ਵੈਸਲ ਆ ਸੀਰੀਜ਼ ਦੀ ਫਾਸਟ ਪੈਟਰੋਲ ਵੈਸਲਸ, ਠੀਕ ਹੈ। ਫਾਸਟ ਪੈਟਰੋਲ ਵੈਸਲਸ ਮਿਲੀਆਂ ਨੇ 5, ਉਹਦੀ 5ਵੀਂ ਹੈ ਇਹ, 5ਵਾਂ ਐਡੀਸ਼ਨ। ਉਹ ਪੁੱਛੂਗਾ IGS ਕਮਲਾ ਦੇਵੀ ਕੀ ਹੈ? ਤਾਂ ਯਾਦ ਰੱਖਿਓ ਕੀ ਹੈ? ਫਾਸਟ ਪੈਟਰੋਲ ਵੈਸਲ ਹੈ 5ਵੀਂ। ਅਤੇ ਕਲਕੱਤਾ ਦੇ ਵਿੱਚ ਕਮਿਸ਼ਨ ਕੀਤੀ ਗਈ ਹੈ, ਵੈਸਟ ਬੰਗਾਲ ਦੇ ਵਿੱਚ। ਕਿਹਦੇ ਦੁਆਰਾ ਬਣਾਈ ਗਈ? ਮੈਂ ਤੁਹਾਨੂੰ ਆਖਿਆ ਜਦੋਂ ਵੀ ਕੋਈ ਐਵੇਂ ਦੀ ਸ਼ਿਪ ਵਗੈਰਾ ਨਿਊਜ਼ ਦੇ ਵਿੱਚ ਆਉਂਦੀ ਹੈ ਤਾਂ ਉਹ ਕਿਹਦੇ ਦੁਆਰਾ ਬਣਾਈ ਗਈ, ਉਹ ਸਾਨੂੰ ਪਤਾ ਹੋਵੇ ਕਿਹਦੇ ਦੁਆਰਾ ਬਣਾਈ ਗਈ। ਇੰਡੀਜੀਨੀਅਸਲੀ, ਠੀਕ ਹੈ। GRSC ਗਾਰਡਨ ਰੀਚ ਸ਼ਿਪ ਬਿਲਡਰਸ ਐਂਡ ਇੰਜੀਨੀਅਰਸ ਕਲਕੱਤਾ। ਇਹਦਾ ਨਾਮ ਕਮਲਾ ਦੇਵੀ ਕਾਹਤੋਂ ਰੱਖਿਆ? ਕਮਲਾ ਦੇਵੀ ਚੱਟੋਪਾਧਿਆਏ ਦੇ ਨਾਮ ਦੇ ਉੱਪਰ, ਜਿਹੜੇ ਇੱਕ ਸੋਸ਼ਲ ਰਿਫਾਰਮਰ ਐਕਟਿਵਿਸਟ ਸੀ, ਠੀਕ ਹੈ। ਤਾਂ ਇੱਕ ਕੁਇਕ ਰਿਵੀਜ਼ਨ ਜੀ ਨਾਲ ਆਪਾਂ ਸਾਰੇ ਰਿਵਾਈਜ਼ ਕਰਦੇ ਹਾਂ, ਠੀਕ ਹੈ। ਸਭ ਤੋਂ ਪਹਿਲਾਂ 5th ਖੇਲੋ ਇੰਡੀਆ ਗੇਮਸ ਕਿੱਥੇ ਹੋਈਆਂ? ਮੱਧ ਪ੍ਰਦੇਸ਼ ਦੇ ਵਿੱਚ। ਜਿੱਤਿਆ ਕੌਣ? ਮਹਾਰਾਸ਼ਟਰ, ਟਾਰਚ ਅਮਰਕੰਟਕ, ਮਾਸਕਟ ਆਸ਼ਾ ਅਤੇ ਮੋਗਲੀ। ਉਸ ਤੋਂ ਬਾਅਦ 2023 ਐਡਲੇਡ ਇੰਟਰਨੈਸ਼ਨਲ ਕੌਣ ਜਿੱਤਿਆ? ਨੋਵਾਕ ਡਿਓਕੋਵਿਕ ਅਤੇ ਅਰਿਆਨਾ। ਇਹੀ ਆਸਟ੍ਰੇਲੀਅਨ ਓਪਨ ਜਿੱਤੇ, ਨੋਵਾਕ ਡਿਓਕੋਵਿਕ ਅਤੇ ਅਰਿਆਨਾ। ਗ੍ਰੈਂਡ ਸਲੈਮ ਆਸਟ੍ਰੇਲੀਅਨ ਓਪਨ 2022 ਦੇ ਯਾਦ ਕਰਦੇ ਹਾਂ ਸਾਰੇ ਗ੍ਰੈਂਡ ਸਲੈਮ। ਆਸਟ੍ਰੇਲੀਅਨ ਓਪਨ 22 ਦੇ ਵਿੱਚ ਨਡਾਲ ਜਿੱਤਿਆ ਸੀ ਅਤੇ ਕੁੜੀਆਂ 'ਚੋਂ ਆਸ਼ਲੇ ਬਾਟੀ। ਪਰ 23 ਦਾ ਯਾਦ ਰੱਖਿਓ ਡਿਓਕੋਵਿਕ ਅਤੇ ਆਪਣੇ ਕੋਲ ਅਰਿਆਨਾ। ਉਦੋਂ ਬਾਅਦ 'ਚ ਇਹ ਹਾਰਡ ਕੋਰਟ ਦੇ ਉੱਪਰ ਖੇਡਿਆ ਜਾਂਦਾ, ਆਸਟ੍ਰੇਲੀਅਨ ਵਾਲਾ ਵੀ ਹਾਰਡ ਦੇ ਉੱਪਰ ਅਤੇ US ਵਾਲਾ ਵੀ ਹਾਰਡ ਦੇ ਉੱਪਰ। ਫਰੈਂਚ ਓਪਨ ਕਲੇ ਕੋਰਟ ਦੇ ਉੱਪਰ ਰਫੇਲ ਨਡਾਲ ਜਿੱਤਿਆ ਅਤੇ ਕੁੜੀਆਂ 'ਚੋਂ ਈਗਾ ਸਵਸਤਿਕ 2 ਜਿੱਤੀ ਹੈ। ਇੱਕ ਆਪਣੇ ਕੋਲੇ ਫਰੈਂਚ ਦਾ, ਇੱਕ US ਦਾ, ਦੂਜਾ ਅਤੇ ਚੌਥਾ। ਉਦੋਂ ਬਾਅਦ 'ਚ ਬੰਬਿਲਡਨ ਗਰਾਸ ਦੇ ਉੱਪਰ ਖੇਡਿਆ ਜਾਂਦਾ, ਡਿਓਕੋਵਿਕ ਜਿੱਤਿਆ ਸੀ ਅਤੇ ਇੱਧਰੋਂ ਰਾਈਬਾਕਿਨ। ਉਦੋਂ ਬਾਅਦ 'ਚ US ਓਪਨ ਕੌਣ ਜਿੱਤਿਆ ਸੀ? ਅਲਕਾਰਾਜ। ਜਮੀ ਸੌਖਾ ਹੈ ਵੀ ਡਿਓਕੋਵਿਕ ਖੇਡਿਆ ਨਹੀਂ ਤਾਂ ਕਰਕੇ ਅਲਕਾਰਾਜ ਜਿੱਤ ਗਿਆ, ਆਪਾਂ ਐਵੇਂ ਯਾਦ ਕਰ ਲਾਂਗੇ, ਠੀਕ ਹੈ। ਉਦੋਂ ਬਾਅਦ 'ਚ ਇੰਡੀਆ ਦੇ ਵਿੱਚ ਟੈਨਿਸ ਸਟਾਰਟ ਆ। ਮਹਾਰਾਸ਼ਟਰ ਕੌਣ ਜਿੱਤਿਆ? ਮਤਲਬ ਇੱਕ ਤਰ੍ਹਾਂ ਦਾ ਗੇਲਣ ਤੇਲਣ, ਠੀਕ ਹੈ। ਐਂ ਯਾਦ ਕਰ ਲਓ, ਜਿਵੇਂ ਇੰਡੀਆ ਦੇ ਵਿੱਚ ਵਰਡ ਆਪਾਂ ਯੂਜ਼ ਕਰਦੇ ਹਾਂ ਗੇਲਣ, ਤਾਂ ਉਹਦਾ ਵਰਡ ਵੀ ਇਹੋ ਜਿਹਾ ਨਾਮ ਹੈ ਤੇਲਣ, ਠੀਕ ਹੈ। ਤਾਂ ਕਪੂਰ ਐਂ ਜੇ, ਠੀਕ ਹੈ, ਡੱਚ ਦਾ ਖਿਡਾਰੀ ਹੈ। ਪ੍ਰਵਾਸੀ ਭਾਰਤੀ ਦਿਵਸ 9 ਜਨਵਰੀ, ਵਰਲਡ ਹਿੰਦੀ ਡੇ 10 ਜਨਵਰੀ, ਨੈਸ਼ਨਲ ਹਿੰਦੀ ਦਿਵਸ 14 ਸਤੰਬਰ। ਫਾਸਟੈਸਟ ਪੇਮੈਂਟ ਐਪ ਪੇ ਰੂਪਾ, ਜੇ ਆਪਾਂ ਰੁਪਏ ਨੂੰ ਪੇ ਕਰਾਂਗੇ ਤਾਂ ਫਾਸਟੈਸਟ ਰੁਪਏ ਜਾਣਗੇ, ਠੀਕ ਹੈ। ਵਰਲਡ ਹਿੰਦੀ ਡੇ 10 ਜਨਵਰੀ। ਉਦੋਂ ਬਾਅਦ 'ਚ 11ਵੀਂ ਵਰਲਡ ਹਿੰਦੀ ਕਾਨਫਰੰਸ ਕਿੱਥੇ ਹੋਈ ਆ? ਮੋਰੀਸ਼ੀਅਸ ਦੇ ਵਿੱਚ। 12ਵੀਂ ਫੀਜੀ ਦੇ ਵਿੱਚ। 12ਵੀਂ ਦਾ ਥੀਮ ਕੀ ਸੀ? ਟ੍ਰੈਡੀਸ਼ਨਲ ਨੌਲੇਜ ਟੂ ਆਰਟੀਫਿਸ਼ੀਅਲ ਇੰਟੈਲੀਜੈਂਸ। ਨੈਸ਼ਨਲ ਹਿੰਦੀ ਦਿਵਸ 14 ਸਤੰਬਰ। 80ਵੇਂ ਗੋਲਡਨ ਗਲੋਬ ਅਵਾਰਡ ਕਿੱਥੇ? ਲਾਸ ਐਂਜਲਸ ਕੈਲੀਫੋਰਨੀਆ ਦੇ ਵਿੱਚ। ਬੈਸਟ ਓਰੀਜਨਲ ਸੌਂਗ ਨਾਟੂ ਨਾਟੂ, ਠੀਕ ਹੈ, RAR ਫਿਲਮ ਦਾ। ਕਿਹਦੇ ਦੁਆਰਾ? MM ਕੀਰਾਵਾਨੀ ਦੇ ਦੁਆਰਾ ਇਹ ਕੰਪੋਜ਼ ਕੀਤਾ ਗਿਆ। ਬੈਸਟ ਮੋਸ਼ਨ ਪਿਕਚਰ ਅਰਜਨਟੀਨਾ। ਬੈਸਟ ਡਾਇਰੈਕਟਰ ਐਂ ਲਾ ਲਓ ਵੀ 7 ਡਾਇਰੈਕਟਰ, ਤਾਂ 7 ਐਂ ਜੇ ਨਾਂ ਹੈ ਉਹਦਾ, ਠੀਕ ਹੈ। 7 ਜ਼ਿਆਦਾਤਰ ਨਾ 7 ਤੁਹਾਡੇ 'ਚੋਂ ਵੀ 80% ਦਾ ਜਿਹੜਾ ਲੱਕੀ ਨੰਬਰ ਹੈ ਉਹ 7 ਮੰਨਦੇ ਹੋਣਗੇ, ਠੀਕ ਹੈ। ਉਦੋਂ ਵਿੱਚ ਜਿਹੜੇ ਬਚ ਗਏ ਉਹਨਾਂ 'ਚੋਂ 15% 3 ਮੰਨਦੇ ਹੋਣਗੇ, ਬਾਕੀ 5% ਦੀ ਲੱਕੀ ਨੰਬਰ ਕੋਈ ਹੋਰ ਹੋਊਗਾ, ਠੀਕ ਹੈ। ਜ਼ਿਆਦਾਤਰ ਜਿਹੜਾ ਆਪਣਾ ਹਿਊਮਨ ਮਾਈਂਡ ਹੈ ਨਾ, ਆਪਾਂ ਇੱਕੋ ਜਿਹੇ ਆ ਸਾਰੇ। ਤਾਂ ਤੁਸੀਂ ਵੀ ਦੇਖਿਓ ਤੁਹਾਡੇ 'ਚੋਂ ਬਹੁਤੇ ਨੇ ਆਪਦੇ ਆਪ ਨੂੰ ਜੇ ਉਹਨਾਂ ਨੂੰ ਪੁੱਛੋ ਵੀ ਲੱਕੀ ਨੰਬਰ ਕਿਹੜਾ, ਉਹ 7 ਕਹਿੰਦੇ ਹੋਣਗੇ। ਤਾਂ ਬਸ ਐਂ ਯਾਦ ਕਰ ਲਓ, ਬੈਸਟ ਡਾਇਰੈਕਟਰ 7, ਠੀਕ ਹੈ। ਉਸ ਤੋਂ ਬਾਅਦ ਬੈਸਟ ਐਕਟਰ ਬਟਲਰ, ਐਵੇਂ ਯਾਦ ਕੀਤਾ ਸੀ। ਬੈਸਟ ਐਕਟਰ ਨਹੀਂ ਕੇਟ ਬਲੈਂਚਟ, ਠੀਕ ਹੈ, ਟਾਰ ਫਿਲਮ ਵਾਸਤੇ। ਇਹ ਕਿਹੜੇ? 80ਵੇਂ ਗੋਲਡਨ ਗਲੋਬ ਅਵਾਰਡ ਦੇ। ਨਾਸਾ ਦਾ ਨਵਾਂ ਚੀਫ ਕਿਹੜਾ ਬਣਿਆ? AC 'ਚ ਬੈਠੂ, ਪਹਿਲਾਂ ਮੱਝਾਂ ਚਰਾਉਂਦਾ ਸੀ, 4 ਇੰਨੀਆਂ, ਠੀਕ ਹੈ। AC 4 ਇੰਨੀਆਂ, ਐਵੇਂ ਯਾਦ ਕਰਨ ਦਾ ਤਰੀਕਾ ਹੈ। ਉਦੋਂ ਬਾਅਦ 'ਚ ਪ੍ਰਿਥਵੀ 2, ਇਹ ਆਪਣੇ ਕੋਲ ਸ਼ਾਰਟ ਰੇਂਜ ਹੈ, 350 ਕਿਲੋਮੀਟਰ ਦੀ ਰੇਂਜ ਹੈ ਇਹਦੀ। ਸਰਫੇਸ ਟੂ ਸਰਫੇਸ ਹੈ, ਬਲਿਸਟਿਕ ਮਿਜ਼ਾਈਲ ਹੈ, DRDO ਨੇ ਬਣਾਈ ਹੈ। ਅਤੇ ਆਪਣੇ ਕੋਲ ਆਹ ਪ੍ਰੋਗਰਾਮ ਦੇ ਤਹਿਤ ਇੰਟੀਗ੍ਰੇਟਡ ਗਾਈਡਡ ਮਿਜ਼ਾਈਲ ਡਿਵੈਲਪਮੈਂਟ ਪ੍ਰੋਗਰਾਮ, ਇਹਦੇ ਤਹਿਤ 5 ਮਿਜ਼ਾਈਲ ਸਿਸਟਮ ਨੇ, ਪ੍ਰਿਥਵੀ, ਅਗਨੀ, ਤ੍ਰਿਸ਼ੂਲ, ਆਕਾਸ਼ ਅਤੇ ਨਾਗ, ਠੀਕ ਹੈ। ਉਦੋਂ ਬਾਅਦ 'ਚ ਆ ਗਿਆ ਆਪਣੇ ਕੋਲ ਜੋਸ਼ੀਮੱਠ ਕੀ ਹੈ? ਆਪਣੇ ਕੋਲ ਇਹ ਇੱਕ ਪਲੇਸ ਹੈ ਜਿਹੜੀ ਸਿੰਕ ਹੋਣ ਲੱਗ ਰਹੀ ਹੈ। ਤਾਂ ਮਤਲਬ ਨੈਸ਼ਨਲ ਰਿਮੋਟ ਸੈਂਸਿੰਗ ਸੈਂਟਰ ਇਸਰੋ ਨੇ ਦੱਸਿਆ ਸੀਗਾ, ਇਹਦੀਆਂ ਇਮੇਜਿਸ ਆਹ ਸੈਟਲਾਈਟ ਨੇ ਕੈਪਚਰ ਕੀਤੀਆਂ ਸੀ, ਕਾਰਟੋਸੈਟ 2S ਸੈਟਲਾਈਟ ਨੇ। ਕਿੱਥੇ? ਚਮੋਲੀ ਡਿਸਟ੍ਰਿਕਟ ਉੱਤਰਾਖੰਡ ਦੇ ਵਿੱਚ, ਉੱਤਰਾਖੰਡ ਦੀ ਪਲੇਸ ਹੈ ਇਹ। ਨੈਸ਼ਨਲ ਯੂਥ ਡੇ 12 ਜਨਵਰੀ, ਵਿਵੇਕਾਨੰਦ ਦੇ ਜਨਮ ਦਿਨ ਦੇ ਉੱਪਰ। ਥੀਮ ਕੀ ਸੀ? ਵਿਕਸਿਤ ਯੁਵਾ ਵਿਕਸਿਤ ਭਾਰਤ। ਸਵਾਮੀ ਵਿਵੇਕਾਨੰਦ ਨੇ ਰਾਮਾਕ੍ਰਿਸ਼ਨ ਮਿਸ਼ਨ ਸਟਾਰਟ ਕੀਤਾ ਸੀ, ਰਿਲੀਜੀਅਸ ਲੈਕਚਰ ਦਿੱਤਾ ਸੀ ਸ਼ਿਕਾਗੋ ਦੇ ਵਿੱਚ। ਪਹਿਲੀ ਫੀਮੇਲ ਜਿਹਨੇ ਸੁਖੋਈ ਫਾਈਟਰ ਜੈਟ ਚਲਾਇਆ ਸੀ
ਅਵਾਨੀ ਚਤੁਰਵੇਦੀ। ਮੋਸਟ ਪੋਲਿਊਟਡ ਸਿਟੀ ਦਿੱਲੀ, ਦੂਜੇ ਨੰਬਰ ਤੇ ਫਰੀਦਾਬਾਦ, ਤੀਜੇ ਨੰਬਰ ਤੇ ਗਾਜ਼ੀਆਬਾਦ। ਹਿਊਮਨ ਟਰੈਫਿਕਿੰਗ ਇੱਕ ਜੇ ਇੱਕ ਜਣਾ ਹੋਊਗਾ ਤਾਂ ਟਰੈਫਿਕਿੰਗ ਹੋਊਗੀ ਇੱਕ ਜਣਾ 11 ਜਨਵਰੀ। ਜਾਦੂਨਾਮਾ ਮੰਡੋਲੀ। COP 28 UAE ਦੇ ਵਿੱਚ, ਪ੍ਰੈਜ਼ੀਡੈਂਟ ਸੁਲਤਾਨ ਅਹਿਮਦ ਜਾਬੇਰ। ਠੀਕ ਹੈ। COP 27 ਕਿੱਥੇ ਹੋਈ ਸੀ? ਸ਼ਰਮ ਅਲ ਸ਼ੇਖ ਇਜਿਪਟ ਦੇ ਵਿੱਚ। COP 26 ਗਲਾਸਗੋ ਦੇ ਵਿੱਚ। ਇੰਡੀਅਨ ਨੇਵੀ ਕੋਸਟ ਗਾਰਡ ਸ਼ਿਪ ਕਮਲਾ ਦੇਵੀ, ਇਹ ਫਿਫਥ ਤੇ ਲਾਸਟ ਵੈਸਲ, ਫਾਸਟ ਪੈਟਰੋਲ ਵੈਸਲ ਕਿੱਥੇ? ਕਲਕੱਤਾ, ਵੈਸਟ ਬੰਗਾਲ ਦੇ ਵਿੱਚ ਕਮਿਸ਼ਨ ਕੀਤੀ ਗਈ। ਕਿਹਦੇ ਦੁਆਰਾ ਬਣਾਈ ਗਈ? ਗਾਰਡਨ ਰੀਚ ਸ਼ਿਪ ਬਿਲਡਰਸ ਐਂਡ ਇੰਜੀਨੀਅਰਸ ਕਲਕੱਤਾ। ਨੇਮਡ ਆਫਟਰ ਕਮਲਾ ਦੇਵੀ, ਇੱਕ ਸੋਸ਼ਲ ਰਿਫਾਰਮਰ ਅਤੇ ਐਕਟਿਵਿਸਟ ਦੀ। ਠੀਕ ਹੈ। ਤਾਂ ਉਮੀਦ ਕਰਦਾ ਵੀ ਤੁਹਾਨੂੰ ਅੱਜ ਵੀਡੀਓ ਵਧੀਆ ਲੱਗੀ ਹੋਊਗੀ, ਸਮਝ ਆਈ ਹੋਊਗੀ। ਤਾਂ ਮਤਲਬ ਜੇ ਆਪਾਂ ਇਸ ਤਰ੍ਹਾਂ ਨਿਊਜ਼ ਕਵਰ ਕਰੀਏ ਤਾਂ ਦੱਸਿਓ ਵੀ ਤੁਹਾਨੂੰ ਇਸ ਤਰ੍ਹਾਂ ਠੀਕ ਲੱਗ ਰਿਹਾ ਵੀ ਆਪਾਂ ਪਹਿਲਾਂ ਨਿਊਜ਼ ਲਿਖ ਲਈਏ ਅਤੇ ਬਾਅਦ ਦੇ ਵਿੱਚ ਫਿਰ ਆਪਾਂ ਉਹਨਾਂ ਨੂੰ ਐਵੇਂ ਐਕਸਪਲੇਨ ਕਰ ਦਈਏ। ਠੀਕ ਹੈ। ਤਾਂ ਮਿਲਦੇ ਹਾਂ ਫਿਰ ਆਪਾਂ ਨੈਕਸਟ ਵੀਡੀਓ ਦੇ ਨਾਲ। ਥੈਂਕ ਯੂ। ਜੇ ਵੀਡੀਓ ਵਧੀਆ ਲੱਗਦੀ ਹੈ ਤਾਂ ਇਹਨੂੰ ਸ਼ੇਅਰ ਜ਼ਰੂਰ ਕਰਿਓ ਆਪਣੇ ਫਰੈਂਡਸ ਦੇ ਨਾਲ। ਥੈਂਕ ਯੂ। ਹੈਵ ਅ ਨਾਈਸ ਡੇ।